बोले सोने हाल सासरी अकाल। गुरु साहिब जीओ गुरपूरा जिन सिमरिया से भय निहाल। नानक नाम आराधना कारज आवे रास। जिना सास गिरास ना विसरै, हर नामा मन मंत। धन से नानका पूरन सोई संत। दीन दुनिया दे पातशाह दसां पातशाहियां दे स्वरूप गुरता गद्दी ते विराजमान धन धन श्री गुरु ग्रंथ साहिब सच्चे पातशाह जी की पावन हजूरी विच सजे होए सत्कारयोग साध संगत जी, सारे एक बारी मन नूं इकागर करके फतेह नाल सांझ पाइए। वाहिगुरु गुरु मंत्र का उच्चारण करिए। प्यार सहित फतेह बुलाओ जी। वाहिगुरु जी का खालसा वाहिगुरु जी की फतेह। आप जी वडभागी हो, काफ़ी समय तो गुरु चरणों में बैठ के हरि जस कीर्तन इतिहास सरवण कर रहे हो। दास तो पहला मेरे परम मित्र भाई साहब भाई महल सिंह जी चंडीगढ़ वाले, उन्होंने नाल भाई गुरलाल सिंह भाई जुगराज सिंह जो पंथ के मना विच उन्हां दियां आवाज़ां वसदियां ने। नौजवान बजुर्ग बच्चे सारे उन्होंने छोटे हुंदियां तो लैके बड़ा कौम ने सत्कार दिता है। इस तरह महाराज उन्हां दा प्यार गुरु चरणों नाल बनाई रखण। दास नूं हुक्म होया कुछ समय वास्ते, भावें आप जी काफ़ी समय तो बैठे हो, कुछ समा गुरबाणी की गल इतिहास की गल तुहाडे नाल साझी कर सकां। ये तुहाडी एकाग्रता ते गुरु साहब की कृपा दे उत्ते ही निर्भर करता है कि आप जी किन्ना कु लाभ लै सकोगे। सतगुरां ने संत सिपाही की एक संपूर्ण शख्सियत का घाड़त कड़ी है। कोई भी रुख आउण वालियां हनेरियां दे अगे तां ही खलो सकदा है जे उहदियां जड़ां जमीन विच पक्कियां होण। जिस रुख दियां जड़ां डूंघियां चलियां जाण, जे बाहर सोका भी लग जाए तो वह अपने जोगा पानी जमीन विचों कढ़ लैंदा है, क्योंकि किसी थां ते जाके जमीन अपना पानी उन्होंने देंदी है। अज तुसी एक उस महापुरुष की याद विच, उहदे प्यार विच बाबे महिमा जी दे जुड़े हुए हो, जिन्हां दियां जड़ां गुरु नानक दे घर दे गुरबाणी दे डूंघे तल दे तक गईयां होईयां सन। उन्होंने फिर बाहरलियां बारिशां की लोड़ भी नहीं रहिंदी, क्योंकि पानी थल्लों जमीन आपे ही दई जाती है। अज भी इस तरह के गुरु के सिख ने
ਜਿਨ੍ਹਾਂ ਦੀਆਂ ਜੜ੍ਹਾਂ ਗੁਰੂ ਕੀ ਬਾਣੀ ਧੁਰ ਅੰਤਰ ਆਤਮੇ ਤੱਕ ਡੂੰਘੀਆਂ ਗਈਆਂ ਹੋਈਆਂ ਨੇ। ਬਾਹਰੋਂ ਸੰਸਾਰ ਵੱਲੋਂ ਉਹਨਾਂ ਨੂੰ ਕੁਝ ਮਿਲੇ ਤਾਂ ਵੀ ਉਹ ਇਹ ਨਹੀਂ ਕਹਿੰਦੇ ਵੀ ਨਾ ਮਿਲੇ, ਪ੍ਰਵਾਨ ਕਰ ਲੈਂਦੇ। ਨਾ ਮਿਲੇ ਤੇ ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਬ੍ਰਹਮ ਗਿਆਨੀ ਦੀ ਇਹ ਅਵਸਥਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਸਿੱਖੀ ਹੈ ਕੀ ਇਹ? ਚੱਲ ਰਹੇ ਜੀਵਨ ਨੂੰ ਖੁਸ਼ੀ ਨਾਲ ਜਿਉਣਾ, ਜ਼ਿੰਦਗੀ ਵਿੱਚ ਖੁਸ਼ ਰਹਿਣਾ। ਜੀਵਨ ਵਿੱਚ ਇਹ ਕਤੀ ਉਤਰਾ ਚੜਾ ਅਪ ਡਾਊਨ ਆਉਂਦਾ ਹੀ ਰਹਿੰਦਾ। ਜੇ ਇੱਕੋ ਜਿਹਾ ਜੀਵਨ ਹੋ ਗਿਆ ਫਿਰ ਤੇ ਬੰਦਾ ਮਸ਼ੀਨ ਬਣ ਗਿਆ। ਮਸ਼ੀਨ ਇੱਕੋ ਜਿਹੀ ਰਹਿੰਦੀ ਏ, ਇੱਕੋ ਜਿਹਾ ਚੱਲਦੀ ਏ, ਇੱਕੋ। ਮਨੁੱਖਤਾ ਦੇ ਅੰਦਰ ਅਪ ਡਾਊਨ ਹੁੰਦਾ ਹੈ। ਬਾਣੀ ਵਿੱਚ ਵੀ ਲਿਖਿਆ ਹੋਇਆ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਆਮ ਇਨਸਾਨ ਦੀ ਵਿਆਖਿਆ ਜਿਹੜਾ ਬਾਹਰਲੀ ਸੰਗਤ ਦੇ ਪ੍ਰਭਾਵ ਥੱਲੇ ਅਸਰ ਕਬੂਲ ਕਰਦਾ ਹੈ। ਧਿਆਨ ਦਿਓ, ਜਿਵੇਂ ਆਪਾਂ ਬੈਠੇ ਆ ਨਾ, ਆ ਬਹੁਤੇ ਜਿਹੜੇ ਸਰੀਰ ਨੇ ਉਹ ਵਿਚਾਰੇ ਹੀ ਵੇਂਦੇ ਨੇ, ਮੇਰੇ ਨਾਲ ਦਾ ਉੱਠ ਪਿਆ, ਚਲ ਮੈਂ ਵੀ ਉੱਠ ਪੈਣਾ। ਤੁਸੀਂ ਕਦੀ ਵੇਖਿਓ ਜੇ ਇਸ ਤਰ੍ਹਾਂ ਕਰਦੇ ਹੋ ਤੇ ਫਿਰ ਆਪਣੇ ਆਪ ਨੂੰ ਕਦੀ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ, ਮੈਂ ਕਿੱਡਾ ਕਮਜ਼ੋਰ ਹਾਂ। ਜੇ ਮੇਰੇ ਨਾਲ ਦੇ ਬੈਠੇ ਰਹੇ ਤਾਂ ਮੈਂ ਬੈਠਾ ਰਿਹਾ, ਜੇ ਉੱਠ ਕੇ ਤੁਰ ਗਿਆ ਤੇ ਉੱਠ ਗਿਆ। ਤੇ ਕੱਲ ਨੂੰ ਫਿਰ ਜੇ ਕਿਸੇ ਨੇ ਵੋਟ ਉਧਰ ਪਾ ਦਿੱਤੀ ਫਿਰ ਮੈਂ ਵੀ ਉਧਰ ਹੀ ਪਾ ਦੇਣੀ, ਭਾਵੇਂ ਉਹ ਕੌਮ ਦਾ ਬੇੜਾ ਡੁੱਬਣ ਵਾਲੀ ਹੋਣ, ਕਿਉਂਕਿ ਉਹਨੇ ਉਧਰ ਪਾਈ। ਤੇ ਐਡੇ ਕਮਜ਼ੋਰ ਕਿਉਂ ਹੋ ਗਏ? ਕੋਈ ਆਪਣਾ ਫੈਸਲਾ ਕਰੋ ਕਿ ਮੈਂ ਬਹਿਣਾ ਕਿ ਨਹੀਂ ਬਹਿਣਾ। ਜਿਹੜੇ 1.25 ਲੱਖ ਨਾਲ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਗੱਲ ਚੱਲੀ ਹੈ ਨਾ, ਤੁਸੀਂ ਉਹਨਾਂ ਨੂੰ ਕਦੀ ਵੇਖਿਆ? ਜਦੋਂ ਬਾਹਰ ਪੁਲਿਸ ਵਾਲੇ ਤਰੀਕ ਤੇ ਲੈ ਕੇ ਜਾਂਦੇ ਕਿੰਨੇ ਖੁਸ਼ ਹੁੰਦੇ, ਹੱਸਦੇ ਨੇ। ਸਰੀਰ ਵਿੱਚ ਤੰਗੀ ਹੈ ਉਹਨਾਂ ਦੇ ਬਹੁਤ ਜ਼ਿਆਦਾ। ਇਹ ਜਿਹੜਾ ਪਿੱਛੇ ਸੰਘਰਸ਼ ਚੱਲਿਆ, ਇਹਦੇ ਵਿੱਚ ਮਾਨਸਿਕ ਤੌਰ ਤੇ ਬੜੇ ਬੰਦੇ ਸ਼ਿਕਾਰ ਬਣੇ ਨੇ। ਢੈਂਦੀ ਕਲਾ ਵੱਲ ਵੀ ਗਏ ਨੇ ਕਈ, ਵੀ ਆਪਣਾ ਨੁਕਸਾਨ ਬੜਾ ਹੋ ਗਿਆ ਜੀ। ਚਲੋ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਨੂੰ ਤੇ ਦੁੱਖਾਂ ਤਕਲੀਫਾਂ ਵੀ ਸਹਿਣੀਆਂ ਪਈਆਂ। ਕਈ ਪ੍ਰਚਾਰਕ ਵੀ ਹੁਣ ਆਪੇ ਬਣੇ ਜਿਹੜੇ ਨੇ, ਉਹ ਵੀ ਇਸ ਤਰ੍ਹਾਂ ਦੇ ਆਪਣੇ ਕਮਰੇ ਵਿੱਚ ਬਹਿ ਕੇ ਰੋਣਾ ਧੋਣਾ ਜਾਂ ਧੋਈ ਜਾਂਦੇ ਨੇ ਦਿਨ ਰਾਤ। ਕੀ ਮਿਲੇਗਾ, ਕੀ ਬਣਿਆ, ਲੋਕ ਤੁਹਾਨੂੰ ਕਹਿਣਗੇ ਤੁਸੀਂ ਤਲਵਾਰਾਂ ਚੁੱਕੀ ਫਿਰਦੇ ਹੋ। ਇਹ ਸਾਧ ਸੰਗਤ ਦੀ ਚਾਬੀ ਵਾਲੇ ਟਰੈਕਟਰ ਤੁਸੀਂ ਮੇਲਿਆਂ, ਇੱਥੇ ਵੀ ਮੇਲੇ ਵਿੱਚ ਬਾਹਰ ਮਿਲ ਜਾਂਦੇ ਹੋੜੇ, ਜਿੰਨੀ ਚਾਬੀ ਭਰੋ ਓਨਾ ਭੱਜਦਾ, ਜਦੋਂ ਚਾਬੀ ਮੁੱਕੀ ਓਨਾ ਖਲੋ ਗਿਆ। ਇਹ ਤੁਹਾਡੀ ਜਿਹੜੀ ਸਪਿਰਿਟ ਹੈ ਜੋ ਸਿੱਖੀ ਦੀ, ਮੈਂ ਪਹਿਲਾਂ ਕਹਿ ਚੁੱਕਾ, ਬਾਣੀ ਅੰਦਰ ਜ਼ਰੂਰ ਚਾਹੀਦੀ ਹੈ, ਨਿਤਨੇਮ ਅੰਦਰ ਜ਼ਰੂਰ ਚਾਹੀਦਾ ਹੈ, ਪਰ ਸਿੱਖੀ ਦੀਆਂ ਬਾਹਰਲੀਆਂ ਰਵਾਇਤਾਂ ਵੀ ਬੜੀਆਂ ਸ਼ਾਨਦਾਰ ਨੇ। ਇਹਨਾਂ ਦੀ ਭੰਡਣੀ ਕਰਨੀ ਸਿੱਖ ਦਾ ਕੰਮ ਹੋ ਹੀ ਨਹੀਂ ਸਕਦਾ। ਉਹ ਸਿੱਖ ਹੈ ਹੀ ਨਹੀਂ। ਉਹ ਸਿੱਖ ਦੇ ਉਹ ਸ਼ੇਰ ਦੀ ਖੱਲ ਦੇ ਥੱਲੇ ਖੋਤਾ ਕਿਹਾ ਜਾ ਸਕਦਾ ਹੈ। ਕਲਗੀਧਰ ਪਾਤਸ਼ਾਹ ਨੇ ਉਦੋਂ ਹੀ ਕਹਿ ਦਿੱਤਾ ਸੀ, ਤੁਹਾਡੇ ਵਿੱਚ ਖੋਤੇ ਬੜੇ ਹੋਣੇ ਨੇ, ਵੇਖ ਕੇ ਰਿਹਾ ਜੇ, ਕੱਲੀ ਖੱਲ ਵੇਖ ਕੇ ਨਾ ਕਹਿ ਦਿਆ ਕਰੋ ਵੀ ਇਹ ਸ਼ੇਰ ਤੁਰਿਆ ਆਉਂਦਾ। ਬਾਹਰਲੀਆਂ ਖਾਲਸੇ ਦੀਆਂ ਰਵਾਇਤਾਂ ਨੇ, ਤਾਂ ਹੀ ਸਿੱਖ ਰੋਜ਼ ਕਹਿੰਦਾ ਹੈ, ਆਪਣੇ ਗੁਰੂ ਤੋਂ ਮੰਗਦਾ ਹੈ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਇਹ ਚੌਂਕੀਆਂ ਕਦੋਂ ਚੱਲੀਆਂ ਸਨ? ਇਹ ਝੰਡੇ ਕਦੋਂ ਦੇ ਚੱਲੇ ਨੇ? ਕਈ ਕਹਿੰਦੇ ਨਿਸ਼ਾਨ ਸਾਹਿਬ ਕਦੋਂ ਬਣਿਆ? ਇੱਕ ਤੇ ਆਹ ਸਾਡੇ ਵਿੱਚ ਇਹਨਾਂ ਨੇ ਬੜੀ ਬਿਮਾਰੀ ਬਾਤੀ ਆ ਵੀ ਆਹ ਕਦੋਂ ਦਾ ਬਣਿਆ? ਕਿਸੇ ਨੇ ਬਣਾਇਆ ਤੇ ਬਣਿਆ ਹੈ। ਨਿਸ਼ਾਨ ਉਦਣ ਬਣਿਆ ਸੀ ਜਿੱਦਣ ਸੱਚ ਨੂੰ ਚੈਲੰਜ ਕੀਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਨਿਸ਼ਾਨ ਖੜਾ ਹੋਇਆ ਸੀ। ਨਿਸ਼ਾਨ ਨੂੰ
ਖੜੇ ਕਰਨ ਵਾਲਾ ਸੀ ਸਿੱਖੀ ਦਾ ਥੰਮ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਟਾਈਮ ਦੇ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸਨ। ਤੇ ਤੁਹਾਡੇ ਨਗਰ ਵਾਲੇ ਬਾਬਾ ਮਹਿਮਾ ਜੀ ਵੀ ਬਾਬੇ ਬੁੱਢਾ ਜੀ ਦੇ ਸਾਥੀ ਸਨ, ਇਕੱਠੇ ਸਨ। ਨਿਸ਼ਾਨ ਕਦੋਂ ਪੈਦਾ ਹੋਇਆ? ਨਿਸ਼ਾਨ ਹੀ ਸਿੱਖੀ ਨੂੰ ਜਿਉਂਦਾ ਰੱਖਦਾ ਇਸ ਦੁਨੀਆ ਦੇ ਤਖਤੇ ਤੇ। ਜੇ ਤੁਹਾਡਾ ਬਾਹਰ ਨਿਸ਼ਾਨ ਨਹੀਂ, ਅੰਦਰ ਤੁਸੀਂ ਕਰੋ ਮਾੜਾ ਨਹੀਂ, ਉਹ ਫਕੀਰੀ ਹੈ ਇਕੱਲੀ। ਪਰ ਸਿੱਖੀ ਨੂੰ, ਪੰਥ ਨੂੰ ਵਧਾਉਣਾ ਹੈ ਤੇ ਤੁਹਾਡਾ ਨਿਸ਼ਾਨ ਸਭ ਤੋਂ ਪਹਿਲੀ ਚੀਜ਼ ਹੈ। ਨਿਸ਼ਾਨ ਸਾਹਿਬ ਉਦੋਂ ਖੜਾ ਹੋਇਆ ਸੀ ਜਦੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਸੱਚ ਦੀ ਪਹਿਲਾਂ ਵਿਚਾਰਧਾਰਾ, ਪਹਿਲਾਂ ਥੜਾ ਬਣਾਇਆ। ਆ ਸਾਹਮਣੇ ਨਿਸ਼ਾਨ ਸਾਹਿਬ ਹੈ ਨਾ ਜਿਹੜਾ, ਇਹਦਾ ਥੜਾ ਹੈ। ਕਈ ਕਹਿੰਦੇ ਤੁਸੀਂ ਥੜੇ ਨੂੰ ਮੱਥਾ ਕਿਉਂ ਟੇਕਦੇ ਹੋ? ਚਲੋ ਇਹ ਪੱਕਾ ਨਹੀਂ ਵੀ ਤੁਸੀਂ ਜ਼ਰੂਰ ਮੱਥਾ ਟੇਕੋ, ਮਜਬੂਰੀ ਕੋਈ ਨਹੀਂ, ਫਤਿਹ ਬੁਲਾ ਦਿਓ। ਫਤਿਹ ਬੁਲਾਉਣੀ ਜ਼ਰੂਰੀ ਹੈ ਨਿਸ਼ਾਨ ਸਾਹਿਬ ਨੂੰ, ਕਿਉਂਕਿ ਨਿਸ਼ਾਨ ਸਾਹਿਬ ਜਿੱਥੇ ਹੁੰਦਾ ਹੈ ਇਹ ਸ਼ਹੀਦਾਂ ਦਾ ਨਿਸ਼ਾਨ ਹੈ, ਇੱਥੇ ਸ਼ਹੀਦਾਂ ਦਾ ਪਹਿਰਾ ਹੁੰਦਾ ਹੈ। ਗੁਰਦੁਆਰੇ ਵਿੱਚ ਜਪ ਤਪ ਹੋਵੇ, ਐਵੇਂ ਨਾ ਛਾਂਗੇ ਛੁੰਗੇ ਜੇ ਲੋਕ ਲਗੇ ਫਿਰਨ, ਫਿਰ ਤਾਂ ਇੱਥੇ ਹੋਣਾ ਕੀ ਜੇ ਨਿਤਨੇਮ ਹੀ ਨਹੀਂ ਹੁੰਦਾ। ਤੇ ਕੋਈ ਸਰੂਪ ਵਾਲੇ, ਜਪ ਤਪ ਵਾਲੇ, ਨਿਤਨੇਮ ਵਾਲੇ ਸਿੰਘ ਹੋਣ ਜਿਹੜੇ ਗੁਰੂ ਘਰ ਦੇ ਵਿੱਚ। ਤੁਸੀਂ ਇੰਨੇ ਨਹੀਂ ਜਿੰਨੇ ਬੈਠੇ ਹੋਏ ਹੋ, ਇੱਥੇ ਇਦੋਂ ਜ਼ਿਆਦਾ ਹੋਰ ਵੀ ਸਰੀਰ ਹੋਣਗੇ। ਮੈਂ ਤੇ ਕਹਿੰਦਾ ਹੁੰਦਾ ਤੁਸੀਂ ਗੁਰੂਆਂ ਨੂੰ ਤੇ ਸ਼ਹੀਦਾਂ ਬਾਰੇ ਕਦੀ ਸ਼ਬਦ ਨਾ ਵਰਤਿਆ ਕੋ ਵੀ ਹੋਏ ਸਨ, ਇਹ ਤਾਂ ਫਿਰ ਗੱਲ ਗਲਤ ਹੋ ਗਈ। ਤੁਸੀਂ ਇਹ ਕਿਹਾ ਕਰੋ ਅੱਜ ਹੈਣ। ਤੁਸੀਂ ਚੌਕਣੀ ਉਸੇ ਵੇਲੇ એનર્ਜੀ ਮਹਿਸੂਸ ਕਰੋ ਕਿ ਤੁਹਾਡੇ ਵਿੱਚ ਤਾਕਤ ਆ ਗਈ। ਅੱਜ ਵੀ ਉਹ ਹਨ, ਇਸ ਕਰਕੇ ਸ਼ਹੀਦਾਂ ਦੇ ਨਾਲ ਅਮਰ ਸ਼ਬਦ ਵਰਤਿਆ। ਗਿਆਨੀ ਜੀ ਤੁਸੀਂ ਸਵੇਰੇ ਫਿਰ ਸੇਵਾ ਕਰਨੀ ਹੈ, ਤੁਸੀਂ ਜਾਓ। ਮੈਨੂੰ ਪਤਾ ਵੀ ਹੁਣੇ ਮੇਰੇ ਕਰਕੇ ਉੱਠ ਨਹੀਂ ਰਹੇ ਤੇ ਸਰੀਰ ਥੱਕ ਜਾਂਦਾ ਹੈ। ਆਪਾਂ ਤਾਂ ਮਿਲਦੇ ਰਹਿੰਦੇ ਹਾਂ, ਫਿਰ ਇਕੱਠੇ ਬਹਿ ਕੇ ਗੱਲਾਂ ਕਰ ਲਾਂਗੇ। ਅਮਰ ਸ਼ਹੀਦ, ਅਮਰ ਜੋ ਮਰਦਾ ਨਹੀਂ। ਸ਼ਹੀਦ ਦਾ ਮਤਲਬ ਹੀ ਹੁੰਦਾ ਹੈ ਜਿਹੜੀ ਅੱਜ ਕੌਮ ਦੇ ਵਿੱਚ, ਮੈਂ ਇੱਕ ਦਿਨ ਬੇਨਤੀ ਕੀਤੀ ਸੀ ਇੱਕ ਥਾਂ ਤੇ ਕਿ ਅੱਜ ਲੋੜ ਸਿੱਖੀ ਦੇ ਉਸ ਹਿੱਸੇ ਨੂੰ ਪ੍ਰਗਟ ਕਰਨ ਦੀ ਹੈ ਕਿ ਸਿੱਖਾਂ ਦੇ ਵਿੱਚ ਅੱਜ ਸ਼ਹੀਦ ਜਿਉਂਦੇ ਨੇ। ਜੇ ਸਿੱਖ 2 ਕਰੋੜ ਅੱਜ ਜਿਉਂਦਾ ਹੈ ਤੇ ਅੱਜ ਤੋਂ ਲੈ ਕੇ ਪਹਿਲਾਂ ਜਿਹੜੇ ਧਰਮ ਲਈ ਸ਼ਹੀਦ ਹੋਏ ਨੇ ਉਹ ਸਾਰੇ ਦੇ ਸਾਰੇ ਜਿਉਂਦੇ ਨੇ, ਭਾਵੇਂ ਲੱਖਾਂ ਨੇ ਤੇ ਭਾਵੇਂ ਕਰੋੜਾਂ ਨੇ। ਮਰਨ ਦਾ ਤੇ ਮਤਲਬ ਹੀ ਕੋਈ ਨਹੀਂ। ਅਮਰ ਸ਼ਬਦ ਵਰਤੀਏ ਤਾਂ ਅਮਰ, ਜੋ ਮਰਦਾ ਹੀ ਨਹੀਂ। ਠੀਕ ਹੈ, ਇਹਦੀ ਓਟ ਦੇ ਵਿੱਚ ਕੋਈ ਪਖੰਡ ਨਾ ਖੋਲ ਕੇ ਬਹਿ ਜਾਏ ਸਵੇਰੇ ਉੱਥੇ ਕਿਸੇ ਰੁੱਖ ਦੇ ਥੱਲੇ ਵੀ ਆਹ ਵੀ ਸ਼ਹੀਦਾਂ ਦਾ ਥਾਂ ਹੈ, ਵੀ ਆਓ ਇੱਥੇ 4 ਪੈਸੇ ਰੱਖੋ ਤੇ ਫਿਰ ਲੋੜ ਕੀ ਬਾਈ ਕਰਨ ਦੀ, ਸ਼ਾਮ ਨੂੰ 500-700 ਕੁੱਟ ਕੇ ਤੇ ਆਪਣਾ ਮੌਜ ਕਰੋ। ਇਹ ਗੱਲ ਪਖੰਡ ਹੈ, ਪਰ ਇਹਦਾ ਅਰਥ ਇਹ ਵੀ ਨਹੀਂ ਕਿ ਸੱਚਾਈ ਨਹੀਂ ਹੁੰਦੀ। ਸਾਧ ਸੰਗਤ ਜੀ, ਇਸ ਜ਼ਮੀਨ, ਪੰਜਾਬ ਦੀ ਜ਼ਮੀਨ, ਪੰਜਾਬ ਦੀ ਜ਼ਮੀਨ ਦਾ ਕੋਈ ਇਸ ਤਰ੍ਹਾਂ ਦਾ 1 ਫੁੱਟ ਥਾਂ ਨਹੀਂ ਜਿੱਥੇ ਸ਼ਹੀਦਾਂ ਦਾ ਖੂਨ ਨਾ ਡੁੱਲਾ ਹੋਵੇ। ਇੱਥੋਂ ਦੀ ਕਣਕ, ਇੱਥੋਂ ਦਾ ਝੋਨਾ, ਮੈਂ ਤੇ ਕਹਿੰਦਾ ਅਗਲੇ ਸੂਬੇ ਸਟੇਟ ਨੇ ਜਿਹੜੇ, ਤੁਸੀਂ ਹੋਰ ਕੁਝ ਨਾ ਕਰੋ, ਪੰਜਾਬ ਦੀ ਕਣਕ ਇੱਥੋਂ ਆਟਾ ਭੇਜ ਕੇ ਉਹਨਾਂ ਨੂੰ 5 ਸਾਲ ਖਵਾ ਦਿਓ, ਆਪੇ ਹੀ ਅੰਮ੍ਰਿਤਧਾਰੀ ਹੋ ਜਾਣਾ ਉਹਨਾਂ ਨੇ। ਇੱਥੋਂ ਦੀ ਅਨਾਜ ਵਿੱਚ ਵੀ ਇੰਨੀ ਚੜ੍ਹਦੀ ਕਲਾ ਵਾਲੀ ਗੱਲ ਹੈ, ਜੇ ਰੋਣਾ ਹੋਵੇ ਤੇ ਫਿਰ ਭਾਵੇਂ ਰੋਈ ਜੀ ਵੀ ਇੱਥੇ ਆ ਹੈ। ਹਾਂ, ਸਰਕਾਰਾਂ ਨੇ ਤੇ ਇਹਨਾਂ ਲੋਕਾਂ ਨੇ ਜਿਹੜੇ ਰਾਜਸੀ ਕੁਰਸੀਆਂ ਮੱਲਣ ਵਾਲੇ ਤੇ ਆਪਣੇ ਰਾਜ ਵਾਸਤੇ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਤੇ ਸ਼ਰਾਬ ਦੇ ਵਿੱਚ ਧੱਕਣ ਦੇ ਵਿੱਚ। ਪਰ ਆਪਾਂ ਆਪਣਾ ਫਰਜ਼ ਪਛਾਣੀਏ। ਇਹ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ, ਸਰਕਾਰਾਂ ਆਪਣਾ ਤਰੀਕਾ ਵਰਤਦੀਆਂ ਹੁੰਦੀਆਂ ਨੇ। ਇਸ ਲਈ ਝੰਡੇ ਬੁੰਗੇ ਇਹ ਬਾਹਰਲਾ ਸਰੂਪ ਹੈ ਤੇ ਸੰਤਤਾਈ ਸਿਮਰਨ ਕਰਨਾ ਅੰਦਰਲਾ ਸਰੂਪ ਹੈ। ਦੋਵਾਂ ਨੂੰ ਜੋੜ ਕੇ ਰੱਖੋਗੇ ਤੇ ਸਾਡੇ ਅੰਦਰ ਉਹ ਸ਼ਖਸੀਅਤ ਪੈਦਾ ਹੋ ਜਾਏਗੀ ਜਿਹਨੂੰ ਸੰਪੂਰਨ ਮਨੁੱਖ ਕਿਹਾ ਗਿਆ। ਅੰਦਰ ਹੋਵੇ ਸਿਮਰਨ ਦੀ ਦਾਤ। ਗੁਰੂ ਕਾ ਸਿੱਖ ਸੂਰਜ ਦੀ ਟਿੱਕੀ ਉਗਣ ਤੋਂ ਪਹਿਲਾਂ
ਚੌਂਕੜਾ ਲਾ ਕੇ ਨਾਮ ਜਪੇ, ਆਪਣਾ ਨਿਤਨੇਮ ਕਰੇ। ਇਹ ਬੜਾ ਜ਼ਰੂਰੀ ਜੇ ਧਿਆਨ ਵਿੱਚ ਰੱਖਣਾ। ਇੱਕ ਨਵੀਂ ਦੁਨੀਆ ਹੈ, ਇੱਕ ਨਵਾਂ ਇੰਜੋਏ ਕਰਨ ਦਾ, ਇੱਕ ਮਨੋਰੰਜਨ ਹੈ ਜ਼ਿੰਦਗੀ ਦੇ ਵਿੱਚ ਅੱਗੇ ਤੁਰਨ ਦਾ। ਜੇ ਇਹਦੇ ਤੋਂ ਅਜੇ ਕੋਈ ਸਰੀਰ ਵਾਂਝੇ ਨੇ ਤੇ ਅੱਜ ਉਸ ਮਹਾਂਪੁਰਸ਼ ਦੇ ਕਮਾਈ ਵਾਲੇ ਥਾਂ ਤੇ ਆਇਓ। ਅੱਜ ਬੇਨਤੀ ਕਰਕੇ ਜਾਓ ਵੀ ਕੱਲ ਤੋਂ ਲੈ ਕੇ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਭਾਵੇਂ 15 ਮਿੰਟ ਹੀ ਨਾਮ ਜਪਾਂ, ਜ਼ਰੂਰ ਜਪਾਂਗੇ। ਭਾਵੇਂ ਅੰਮ੍ਰਿਤਧਾਰੀ ਹੋ, ਭਾਵੇਂ ਨਹੀਂ ਅੰਮ੍ਰਿਤਧਾਰੀ, ਭਾਵੇਂ ਕੇਸਾਧਾਰੀ ਹੋ, ਭਾਵੇਂ ਨਹੀਂ ਕੇਸਾਧਾਰੀ, ਇਸ ਗੱਲ ਨੂੰ ਅਜੇ ਤੁਸੀਂ ਰਹਿਣ ਦਿਓ। ਜਦੋਂ ਜੜ੍ਹਾਂ ਦੇ ਵਿੱਚ ਪਾਣੀ ਪਿਆ ਤੇ ਸਾਧ ਸੰਗਤ ਜੀ ਪੱਤਿਆਂ ਨੇ ਆਪੇ ਨਿਕਲ ਆਉਣਾ। ਇੱਕ ਮੈਂ ਬੇਨਤੀ ਕਰਾਂ, ਅੱਜ ਮੰਨਦੇ ਆ ਪੰਜਾਬ ਦਾ ਨੌਜਵਾਨ ਬਹੁਤ ਸਾਰਾ ਕੇਸਾਂ ਤੋਂ ਹੀਣ ਹੋ ਗਿਆ, ਪਰ ਇਹਦਾ ਮਤਲਬ ਇਹ ਨਾ ਸੋਚਿਆ ਕਰੋ ਵੀ ਉਹ ਸਿੱਖ ਨਹੀਂ ਰਹੇ। ਸਿੱਖੀ ਇੱਕ ਚੀਜ਼ ਹੀ ਐਸੀ ਹੈ ਜੋ ਮਰਨ ਵਾਲੀ ਹੈ ਹੀ ਨਹੀਂ ਹੈ। ਮੈਂ ਆਪ ਜੀ ਨੂੰ ਕਿਹਾ, ਇੱਥੋਂ ਦੀ ਜ਼ਮੀਨ ਦੇ ਵਿੱਚ ਵੀ ਸਿੱਖੀ ਹੈ, ਇੱਥੋਂ ਦੇ ਰੁੱਖਾਂ ਵਿੱਚ ਵੀ ਸਿੱਖੀ ਹੈ, ਇੱਥੋਂ ਦੇ ਪਾਣੀ ਵਿੱਚ ਵੀ, ਜਲ ਵਿੱਚ ਵੀ ਸਿੱਖੀ ਹੈ। ਗੁਰੂ ਨੇ ਤੇ ਕਿਰਪਾ ਹੀ ਇੰਨੀ ਕਰ ਦਿੱਤੀ। ਗੁਰੂ ਨੇ ਤੇ ਰੁੱਖਾਂ ਵਿੱਚ, ਧਰਤੀ ਵਿੱਚ, ਪਾਣੀ ਵਿੱਚ ਵੀ ਸਿੱਖੀ ਪਾ ਦਿੱਤੀ। ਮੈਨੂੰ ਪਤਾ ਹੈ ਇੱਥੇ ਕੋਈ ਤਰਕਵਾਦੀ ਕੋਈ ਸੁਣਦੇ ਹੋਣਗੇ, ਲਾਈਵ ਚੱਲਦਾ ਹੈ, ਉਹਨਾਂ ਦੇ ਅੰਦਰ ਇਹ ਗੱਲ ਹਜਮ ਨਹੀਂ ਹੋਣੀ। ਸਮਾਂ ਪਾ ਕੇ ਹੋ ਜਾਏਗੀ, ਆਪੇ ਵੇਖ ਲਓਗੇ। ਮੈਂ ਇੱਕ ਗੱਲ ਯਾਦ ਆ ਗਈ ਮੈਨੂੰ ਥੋੜੀ ਜਿਹੀ, ਇੱਕ ਖੋਜੀ ਸੱਜਣ ਸਨ ਇਤਿਹਾਸ ਦੇ, ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦੇ ਅਸੀਂ ਇੱਧਰ ਰਾਜਸਥਾਨ ਵਾਲੇ ਪਾਸੇ ਸੋਚਿਆ ਵੀ ਖੋਜ ਕਰੀਏ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇੱਧਰ ਉਦਾਸੀ ਕੀਤੀ ਇਸ ਵਾਲੇ ਪਾਸੇ ਸਰਸੇ ਵੱਲ ਨੂੰ, ਵੀ ਕਿੱਧਰ ਕਿੱਧਰ ਨੂੰ ਗਏ ਨੇ। 2-3 ਜਣੇ ਅਸੀਂ ਆਪਣੀ ਕਾਪੀ ਪੈਨ ਲੈ ਕੇ ਖੋਜਦੇ ਗਏ, ਪੁੱਛਦੇ ਗਏ ਵੀ ਤੁਹਾਡੀਆਂ ਪੀੜ੍ਹੀਆਂ ਦੇ ਪੁਰਾਣੇ ਲੋਕਾਂ ਨੇ ਕੀ ਕੀ ਦੱਸਿਆ ਵੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਕਿਹੜੇ ਕਿਹੜੇ ਰਾਹ ਤੋਂ ਲੰਘੇ ਨੇ। ਕਹਿੰਦੇ ਅਸੀਂ ਮਸਾਂ ਬੜੀ ਮੁਸ਼ਕਲ ਨਾਲ ਇੱਕ ਪਿੰਡ ਰੋਜ਼ ਲੱਭਣਾ ਵੀ ਇੱਥੇ ਆਏ ਸਨ। ਉਹਨਾਂ ਦੇ ਵੱਡਿਆਂ ਤੋਂ ਪੁੱਛ ਕੇ, ਉਹਨਾਂ ਦੇ ਵੱਡਿਆਂ ਤੋਂ ਅੱਗੇ ਪੁੱਛ ਕੇ ਬੜੇ ਥੱਕ ਗਏ, ਕੰਮ ਨਿਬੜੇ ਕੋਈ ਨਾ। ਕਹਿੰਦੇ ਫਿਰ ਇੱਕ ਦਿਨ ਅਸੀਂ ਤੁਰੇ ਜਾ ਰਹੇ ਸੀ, ਇੱਕ ਖੂਹ ਤੇ ਇੱਕ ਬੁੱਢਾ ਬਾਬਾ ਬੈਠਾ, ਬਜ਼ੁਰਗ ਬੈਠਾ, ਤੇ ਅਸੀਂ ਪਾਣੀ ਪੀਤਾ ਤੇ ਪਾਣੀ ਬੜਾ ਮਿੱਠਾ ਸੀ। ਆਲੇ ਦੁਆਲੇ ਦਾ ਪਾਣੀ ਇੰਨਾ ਮਿੱਠਾ ਨਹੀਂ ਸੀ, ਪਾਣੀ ਬੜਾ ਮਿੱਠਾ ਸੀ। ਤੇ ਉਹ ਪੜ੍ਹੇ ਲਿਖੇ ਪ੍ਰੋਫੈਸਰ ਸਨ, ਚੰਗੇ ਪੜ੍ਹਾਈ ਵਾਲੇ ਸਨ। ਤੇ ਉਹ ਬਜ਼ੁਰਗ ਬਾਬਾ ਕਹਿੰਦਾ ਹੈ ਵੀ ਕਿੱਧਰ ਤੁਸੀਂ ਸਰਦਾਰ ਸਾਹਿਬ ਕਿੱਧਰ ਜਾ ਰਹੇ ਹੋ ਕਾਪੀਆਂ ਪੈਨ ਫੜ ਕੇ? ਕਹਿੰਦੇ ਅਸੀਂ ਇਤਿਹਾਸ ਲੱਭ ਰਹੇ ਹਾਂ ਕਿ ਮੇਰਾ ਬਾਬਾ ਇੱਥੋਂ ਕਿਹੜੇ ਕਿਹੜੇ ਰਸਤੇ ਤੇ ਕਿਹੜੇ ਕਿਹੜੇ ਥਾਂ ਤੇ ਗਿਆ ਹੈ, ਤੇ ਤੁਸੀਂ ਵੀ ਕੋਈ ਥੋੜਾ ਜਿਹਾ ਇੱਥੇ ਰਹਿਣ ਵਾਲੇ ਹੋ ਪੁਰਾਣੇ ਤੌਰ ਤੇ, ਤੁਸੀਂ ਥੋੜਾ ਜਿਹਾ ਦੱਸ ਦਿਓ ਵੀ ਗੁਰੂ ਨਾਨਕ ਦੇਵ ਜੀ ਇੱਧਰ ਕਿਹੜੇ ਕਿਹੜੇ ਇਲਾਕੇ ਨੂੰ ਗਏ ਨੇ। ਉਸ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਉਹ ਕਹਿੰਦੇ ਕੀ ਗੱਲ, ਤੁਸੀਂ ਅੱਖਾਂ ਵਿੱਚੋਂ ਪਾਣੀ ਲੈ ਆਏ ਹੋ? ਅਸੀਂ ਤਾਂ ਗੁਰੂ ਨਾਨਕ ਬਾਰੇ ਪੁੱਛ, ਆਪਣੇ ਗੁਰੂ ਬਾਰੇ ਸੁਣਨਾ, ਉਹਦੇ 'ਚ ਕਿੰਨੀਆਂ ਬਰਕਤਾਂ, ਕਿੰਨੀਆਂ ਤਸਵੀਰਾਂ ਸਨ। ਉਹ ਬਜ਼ੁਰਗ ਕਹਿੰਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਣਾ, ਐਸ ਖੂਹ ਤੋਂ ਅੱਗੇ ਤੁਰੇ ਚੱਲੋ, ਜਿਹੜੇ ਜਿਹੜੇ ਖੂਹ ਦਾ ਪਾਣੀ ਮਿੱਠਾ ਆਇਆ ਸਮਝ ਲੈਣਾ ਗੁਰੂ ਨਾਨਕ ਇੱਥੋਂ ਦੀ ਲੰਘਿਆ ਹੈ। ਜਿਹੜੇ ਜਿਹੜੇ ਖੂਹ ਦਾ ਪਾਣੀ ਮਿੱਠਾ, ਕਿਉਂਕਿ ਇਲਾਕੇ ਦਾ ਮਿੱਠਾ ਕੌੜਾ ਪਾਣੀ ਸੀ, ਉੱਥੋਂ ਦੀ ਗੁਰੂ ਲੰਘਿਆ। ਇਹ ਉਹ ਗੁਰੂ ਹੈ ਜਿਹਦਾ ਅਸਰ ਪਾਣੀ ਤੇ ਵੀ ਪੈ ਗਿਆ, ਜਿਹਦਾ ਅਸਰ ਜ਼ਮੀਨ ਤੇ ਵੀ ਪੈ ਗਿਆ, ਜਿਹਦਾ ਅਸਰ ਰੁੱਖਾਂ ਤੇ ਵੀ ਪੈ ਗਿਆ। ਨਹੀਂ ਪਿਆ ਤੇ ਦੱਸੋ ਫਿਰ ਰੀਠਾ ਸਾਹਿਬ ਕਿੱਥੋਂ ਬਣ ਗਿਆ? ਰੀਠਾ ਸਾਹਿਬ ਦੇ ਰੀਠੇ ਮਿੱਠੇ ਹੋ ਗਏ ਨਾ, ਰੀਠਾ ਸਾਹਿਬ ਦੇ ਰੀਠੇ ਮਿੱਠੇ ਹੋ ਗਏ, ਮਨੁੱਖਾਂ ਦੇ ਜੀਵਨ ਬਦਲ ਗਏ। ਤੇ ਉਹ ਗੁਰੂ ਅੱਜ ਵੀ ਮੌਜੂਦ ਹੈ, ਪਰ ਅੱਜ ਤਰਾਸਦੀ ਇਹ ਹੋ ਗਈ ਹੈ ਕਿ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਤੁਹਾਡਾ ਨਿੱਜੀ ਜ਼ਿੰਦਗੀ ਦਾ ਜੋ ਕੰਮ ਕਰਨਾ ਹੈ ਉਹਨੂੰ ਪੂਰਨਤਾ ਦੇ ਨਾਲ ਕਰੋ, ਕੰਮ ਦਾ ਨਤੀਜਾ ਸਾਹਮਣੇ ਆਏਗਾ। ਸਿੱਖੀ ਵੀ ਕਮਾਉਣੀ ਹੈ ਤੇ ਸਿਰ ਦੇ ਕੇ ਕਮਾਓ। ਸਿਰ ਦੇਣ ਦਾ ਮਤਲਬ ਹੈ ਪੂਰੀ ਤਰ੍ਹਾਂ ਕਮਾਓ, ਪੂਰੀ ਤਰ੍ਹਾਂ ਕਮਾ ਕੇ ਵੇਖੋ, ਸਿੱਖੀ ਤੁਹਾਨੂੰ ਆਪਣਾ ਰੰਗ ਵਿਖਾਏਗੀ। ਸਿੱਖੀ ਹੁੰਦੀ ਕੀ ਹੈ? ਤੁਸੀਂ ਕਹੋਗੇ ਆ ਸਾਰਾ ਕੁਝ ਮਿੱਟੀ ਹੈ, ਇਹਦੇ ਵਿੱਚ ਕੁਝ ਵੀ ਨਹੀਂ। ਪਰ ਅਸੀਂ ਸਿੱਖੀ ਵੱਲੋਂ ਉਚਾਟ ਕਿਉਂ ਹੋ ਜਾਂਦੇ ਹਾਂ? ਸਿੱਖੀ ਵੱਲੋਂ ਅਸੀਂ ਫਿੱਕੇ ਕਿਉਂ ਪੈ ਜਾਂਦੇ ਹਾਂ? ਉਹਦਾ ਕਾਰਨ ਇੱਕ ਤੇ ਪਹਿਲਾ ਕਾਰਨ
ਸਿੱਖੀ ਦੀ ਵਿੱਦਿਆ ਉੱਚੀ ਬੜੀ ਹੈ, ਇਹਦੀ ਫੀਸ ਬੜੀ ਵੱਡੀ ਹੈ, ਇਹਦੇ ਵਾਸਤੇ ਫੀਸ ਬੜੀ ਵੱਡੀ ਦੇਣੀ ਪੈਂਦੀ ਹੈ, ਦਾਅ ਤੇ ਲਾਉਣੀ ਪੈਂਦੀ ਹੈ ਜ਼ਿੰਦਗੀ। ਤੇ ਗੁਰੂ ਫਿਰ ਪ੍ਰੀਖਿਆ ਵੀ ਲੈਂਦਾ। ਹੁਣ ਜਿੱਡੀ ਵੱਡੀ ਕਲਾਸ ਹੈ, ਬੰਦੇ ਨੇ ਵੱਡੇ ਅਹੁਦੇ ਤੇ ਜਾਣਾ ਹੈ, ਤੇ ਉਹਦਾ ਪੇਪਰ ਜਦੋਂ ਲੈਣਾ ਹੈ, ਉਹ ਕੋਈ ਮਾੜਾ ਮੋਟਾ ਤੇ ਹੋਣਾ ਨਹੀਂ ਵੀ 2 ਦਾ ਪਹਾੜਾ ਲਿਖ ਕੇ ਤੁਰ ਜਾ। ਉਹ ਤੇ ਪੂਰੇ ਕੜਾਕੇ ਉਹਨੇ ਕੱਢਨੇ ਨੇ ਟੀਚਰ ਨੇ ਵੀ ਇਹਨੂੰ ਆਉਂਦਾ ਹੈ ਕਿ ਨਹੀਂ ਕੁਝ। ਸਿੱਖੀ ਦਾ ਮਤਲਬ ਇਹ ਹੈ ਕਿ ਜਿੱਦਣ ਸਿੱਖ ਬਣ ਗਿਆ, ਜੋ ਕੁਝ ਗੁਰੂ ਦਾ ਸੀ ਉਸ ਸਾਰਾ ਕੁਝ ਸਿੱਖ ਦੀ ਝੋਲੀ ਵਿੱਚ ਪੈ ਜਾਣਾ। ਧਿਆਨ ਦੇਣਾ, ਸਿੱਖੀ ਦਾ ਮਤਲਬ ਇਹ ਹੈ, ਜੋ ਕਿਛ ਠਾकुर का ਸੋ ਸੇਵਕ का, ਸੇਵਕ ਠਾकुर ਹੀ ਸੰਗ ਜਾਹਰ ਜੀਓ। ਜੋ ਸਿੱਖ ਦੇ ਗੁਰੂ ਦੇ ਕੋਲ ਸੀ ਉਹ ਸਿੱਖ ਦਾ ਬਣ ਗਿਆ। ਇਹ ਇੱਕ ਬੜਾ ਅਜੀਬ ਸੁਮੇਲ ਹੈ ਸਾਧ ਸੰਗਤ ਜੀ, ਕਿ ਸਿੱਖੀ ਕੱਲੀ ਕਮਾਈ ਨਹੀਂ, ਸਿੱਖੀ ਰਹਿਮਤ ਹੈ, ਕਿਰਪਾ ਹੈ। ਆ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ, ਇਹਨਾਂ ਤੇ ਉਹ ਕਿਰਪਾ ਉਸ ਤਰ੍ਹਾਂ ਹੋਈ ਹੈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇੱਕ ਹੁੰਦੀ ਹੈ, ਇੱਕ ਚੀਜ਼ ਹੁੰਦੀ ਹੈ ਸਾਧ ਸੰਗਤ ਜੀ ਸਿੱਖਣੀ, ਉਹ ਵੀ ਹੈ ਸਿੱਖੀ ਦੇ ਵਿੱਚ। ਮੈਂ ਇਹ ਗੱਲ ਜ਼ਰੂਰ ਕਰਦਾ ਜਾਵਾਂ ਕਿ ਅੱਜ ਸਮੇਂ ਦੀ ਲੋੜ ਹੈ ਕਿ ਅੱਜ ਨੌਜਵਾਨਾਂ ਨੂੰ ਜਿੱਥੇ ਸਕੂਲਾਂ ਬਾਰੇ ਐਜੂਕੇਟ ਹੋਣ ਦੀ ਲੋੜ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿੱਦਿਆ ਹੈ ਉਹਨੂੰ ਪੜ੍ਹਨਾ ਤੇ ਉਹਨੂੰ ਜਾਣਨਾ ਬੜਾ ਜ਼ਰੂਰੀ ਹੈ ਕਿ ਸ਼ਬਦ ਦਾ ਕਨਸੈਪਟ ਕੀ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਕਿ ਸ਼ਬਦ ਦਾ ਕਨਸੈਪਟ ਸਾਰੀ ਦੁਨੀਆ ਤੇ ਛਾ ਜਾਏਗਾ। ਸਾਰੀ ਦੁਨੀਆ ਕਹੇਗੀ ਕਿ ਸ਼ਬਦ ਦੇ ਉੱਤੇ ਸਭ ਕੁਝ ਘੁੰਮ ਰਿਹਾ, ਸਾਇੰਸ ਵੀ ਤੇ ਧਰਮ ਵੀ ਸ਼ਬਦ ਦੇ ਦੁਆਲੇ ਪਰਿਕਰਮਾ ਕਰ ਰਿਹਾ, ਤੇ ਉਹ ਸ਼ਬਦ ਤੁਹਾਡਾ ਗੁਰੂ ਹੈ। ਪਰ ਹੁਣ ਬਣੇ ਕਿ ਅਸੀਂ ਤੁਰਨ ਵਾਲੇ ਅੱਗੇ ਵੀ ਪ੍ਰਕਾਸ਼ ਤੇ ਸ਼ਬਦ ਦਾ ਕਰ ਲੈਂਦੇ ਹਾਂ, ਗੱਲਾਂ ਆਪਣੀਆਂ ਸੁਣਾ ਕੇ ਮੁੜ ਜਾਂਦੇ ਹਾਂ। ਤੇ ਅਸੀਂ ਵੀ ਕੀ ਕਰੀਏ, ਸੁਣਦੇ ਤੁਸੀਂ ਵੀ ਸ਼ਬਦ ਘਾਟੋ, ਗੁਰਬਾਣੀ ਘਾਟੋ, ਮਸਾਲੇ ਸੁਣਨ ਦੀ ਆਦਤ ਤੁਹਾਨੂੰ ਵੀ ਬਹੁਤ ਜ਼ਿਆਦਾ ਪੈ ਗਈ। ਇੱਕ ਥਾਂ ਤੇ ਮੈਂ ਗਿਆ ਤੇ ਉਹ ਦਿਨ ਕਿਸੇ ਥਾਂ ਤੇ ਸਾਧ ਸੰਗਤ ਜੀ ਗੁਰਬਾਣੀ ਦਾ ਵਿਸ਼ਾ ਚੱਲ ਪਿਆ। ਸਾਡੀ ਰੋਜ਼ ਕਥਾ ਕਰ ਕਰਕੇ ਰੋਜ਼ ਦੇ ਕਈ ਵਾਰੀ ਤੇ 2-2 ਵਾਰੀ ਹੁੰਦੇ ਪ੍ਰੋਗਰਾਮ, ਤੇ ਹੁਣ ਮਤਲਬ ਕਈ ਵਾਰੀ ਤੇ ਇਸ ਤਰ੍ਹਾਂ ਜਾਈਦਾ। ਸੱਚੀ ਮੈਂ ਤੁਹਾਨੂੰ ਆਪ ਜੀ ਨੂੰ ਬੇਨਤੀ ਕਰਨਾ ਵੀ ਸਾਨੂੰ ਪਤਾ ਕੋਈ ਨਹੀਂ ਹੁੰਦਾ ਅਸੀਂ ਬੋਲਣਾ ਕੀ, ਮੱਥਾ ਟੇਕ ਕੇ ਬੈਠ ਜੀਦਾ ਵੀ ਜੋ ਅੱਗੇ ਆਇਆ ਸੋ ਉਸ ਸਮੇਂ ਤੇ ਬੋਲਦੇ ਹਾਂ। ਕਿਉਂਕਿ ਪੜ੍ਹਨਾ ਪੜ੍ਹਾਉਣਾ ਤੇ ਉਦੋਂ ਹੁੰਦਾ ਸੀ ਜਦੋਂ ਵੀ 2 ਦਿਨ ਖਾਲੀ ਸਨ ਤੇ ਇੱਕ ਕਥਾ ਕਰਨੀ ਸੀ। ਹੁਣ ਤੇ ਲਗਾਤਾਰ ਕੰਮ ਚੱਲਦਾ। ਇਹ ਇੱਕ ਅਲੱਗ ਤੋਂ ਵਿਸ਼ਾ ਹੈ ਤੇ ਸਾਧ ਸੰਗਤ ਤਵੱਜੋ ਦੇਣਾ, ਸਿੱਖੀ ਦੀ ਜਿਹੜੀ ਵਿੱਦਿਆ ਹੈ ਇਹ ਜ਼ਰੂਰ ਹੈ, ਵਿੱਦਿਆ ਜ਼ਰੂਰ ਪੜ੍ਹੋ। ਨੌਜਵਾਨਾਂ ਨੂੰ ਹਰ ਇੱਕ ਨਗਰ ਵਿੱਚ ਜਿਵੇਂ ਸੈਂਟਰ ਹੈ ਬਹੁਤ ਵੱਡਾ, ਅੱਜ ਮੈਂ ਵੇਖਿਆ ਕਿਵੇਂ ਆਪ ਜੀ ਸੰਗਤ ਬੜੇ ਪਿਆਰ ਨਾਲ, ਇੰਨੀ ਸੰਗਤ ਬੈਠੀ ਹੈ, ਟਿਕਾ ਬਹੁਤ ਟਿਕਾ ਦੇ ਵਿੱਚ ਤੁਸੀਂ ਬੈਠੇ ਹੋਏ ਹੋ। ਇਹ ਟਿਕਾ ਲੱਭਣਾ ਬੜਾ ਮੁਸ਼ਕਲ ਹੈ ਅੱਜ ਕੱਲ੍ਹ ਦੇ ਦੀਵਾਨਾਂ ਦੇ ਵਿੱਚ। ਮੈਂ ਇੱਕ ਥਾਂ ਤੇ ਗਿਆ, ਉੱਥੇ ਕੋਈ ਗੁਰਬਾਣੀ ਦਾ ਅਧਿਆਤਮਕ ਵਿਸ਼ਾ ਚੱਲ ਪਿਆ। ਅਧਿਆਤਮਕ ਵਿਸ਼ਾ ਤੇ ਆਪ ਜੀ ਜਾਣਦੀ ਹੋਊਗੀ ਕੀ ਹੈ। ਇੱਕ ਬੰਦੇ ਦੇ ਜੀਵਨ ਦੇ ਥੋੜੀ ਜੀ ਗੱਲ ਕਹਿ ਦਿਆਂ, 4 ਹਿੱਸੇ ਨੇ ਬੰਦੇ ਦੇ। ਨੰਬਰ 1 ਸਰੀਰ, ਨੰਬਰ 2 ਮਨ, 3 ਨੰਬਰ ਹਿਰਦਾ। ਇਹ 3 ਚੀਜ਼ਾਂ ਸਾਡੀਆਂ ਸੰਸਾਰ ਦੇ ਵਿੱਚ ਜ਼ਿਆਦਾਤਰ ਐਕਟੀਵਿਟ ਰਹਿੰਦੀਆਂ ਨੇ। ਸਰੀਰ ਤੇ ਰਹਿੰਦਾ ਹੀ ਹੈ, ਸਰੀਰ ਨੂੰ ਭੁੱਖ ਲੱਗਦੀ ਹੈ, ਨੀਂਦ ਆਉਂਦੀ ਹੈ, ਸਰੀਰ ਧਾਰੀ ਤੇ ਹਰ ਇੱਕ ਸਰੀਰ ਦੇ ਦੁਆਲੇ ਚੱਕਰ ਕੱਟਦਾ ਹੀ ਹੈ। ਫਿਰ ਮਨ ਵੀ ਨਾਲ ਹੈ ਵੀ ਮਨ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ, ਮਨ ਵੀ ਸਾਰਿਆਂ ਦਾ ਐਕਟੀਵਿਟ ਹੈ। ਇੱਕ ਹੈ ਹਿਰਦਾ। ਹਿਰਦਾ ਹੈ ਅਚੇਤਨ ਮਨ, ਯਾਨੀ ਕਿ ਉਹਦੇ ਵਿੱਚ ਭਾਵਨਾਵਾਂ ਵਸਦੀਆਂ ਨੇ। ਉਹਦੇ ਵਿੱਚ ਜੋ ਵਸਦਾ ਉਹਨੂੰ ਬੰਦਾ ਦੱਬ ਕੇ ਰੱਖਦਾ ਹੈ ਤੇ ਸਮਾਜਿਕ ਪ੍ਰਭਾਵ ਦੇ ਥੱਲੇ ਜਾਂਦਾ ਹੈ, ਉਹ ਹਿਰਦਾ ਤੀਜਾ ਹੈ। ਤੇ ਇੱਕ ਚੌਥਾ ਹਿੱਸਾ ਜ਼ਿੰਦਗੀ ਦਾ, ਉਹਨੂੰ ਕਹਿੰਦੇ ਨੇ ਆਤਮਾ, ਆਤਮ ਤੱਤ। ਧਰਮ ਜਿਹੜਾ ਹੈ, ਜਿਹੜਾ ਸੰਤ ਹੈ ਉਹ ਆਤਮ ਤੱਤ ਤੇ ਜਾ ਕੇ ਕਮਾਈ ਕਰਦਾ ਹੈ। ਤੇ ਜਿਹਦੀ ਆਤਮ ਤੱਤ, ਜਿਹਨੂੰ ਆਪ ਜੀ ਹੁਣ ਬੈਠੇ ਹੋ ਨਾ, ਖਾਲਸੇ ਦੀ ਪਰਿਭਾਸ਼ਾ ਹੁੰਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਹੋਈ, ਹੁਣ ਤੁਸੀਂ ਕਦੀ ਸੋਚਦੇ ਹੋ ਵੀ ਭਾਈ ਜਗਤਾਰ ਸਿੰਘ ਦੇ ਵਿੱਚ ਤਾਕਤ ਆ ਗਈ, ਉਹਨੇ ਥੱਪੜ ਮਾਰਿਆ ਤੇ ਉਹ ਸਾਰਾ ਕੁਝ ਤੁਸੀਂ ਸੁਣਿਆ।
ਪਰ ਤੁਸੀਂ ਇਹ ਜਿਹੜੇ ਸਰੀਰ ਨੇ ਨਾ, ਇਹ ਅੰਦਰ ਬਹਿ ਕੇ ਚੌਂਕੜਾ ਵੀ ਲਾਉਂਦੇ ਨੇ, ਐਵੇਂ ਨਹੀਂ ਟਾਈਮ ਲੰਘਦਾ। ਆਪਣੇ ਤੋਂ ਘੰਟਾ ਵੀ ਨਹੀਂ ਨਿਕਲਦਾ, ਬਾਹਰ ਭੱਜਦੇ ਆ, ਵੀ ਕੋਈ ਅਖਬਾਰ, ਕੋਈ ਤਾਸ਼ ਖੇਡਦਾ, ਕੋਈ ਕਿੱਧਰ ਭੱਜਦਾ, ਕੋਈ ਕਿੱਧਰ ਭੱਜਦਾ। ਇਹਨਾਂ ਇਕੱਲੇ ਰਹਿਣਾ ਕਮਰਿਆਂ ਦੇ ਵਿੱਚ, ਐਵੇਂ ਰਿਹਾ ਜਾਂਦਾ। ਗੁਰਬਾਣੀ ਹੈ 24 ਘੰਟੇ, ਉਹ ਕੋਈ ਨਾ ਕੋਈ ਝਲਕ ਅੰਦਰੋਂ ਆਤਮਾ ਦੀ ਉਹਨਾਂ ਨੂੰ ਮਿਲਦੀ ਹੈ। ਆਤਮਕ ਤੱਤ ਦਾ ਜਿਹੜਾ ਰਸ ਇੰਨਾ ਮਿੱਠਾ ਹੈ, ਜਿਹੜਾ ਆਤਮਾ ਦੇ ਰਸ ਨੂੰ ਪਾ ਲੈਂਦਾ ਹੈ, ਉਹਨੂੰ ਨਾ ਸਰੀਰ ਦੇ ਰਸਾਂ ਦੀ ਕੋਈ ਸਾਰ ਰਹਿੰਦੀ ਏ, ਨਾ ਮਨ ਦੇ ਤੇ ਨਾ ਹਿਰਦੇ ਦੇ। ਉਹ ਆਤਮ ਤੱਤ ਤੇ ਜਿਉਣ ਲੱਗ ਪੈਂਦਾ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਇੱਕ ਥਾਂ ਤੇ ਗਿਆ ਮੈਂ, ਸਾਰੀ ਕਥਾ ਹੀ ਆਤਮਾ ਦੀ ਕਰ ਦਿੱਤੀ। ਦੂਜੀ ਵਾਰੀ ਉਹਨਾਂ ਨੇ ਬੁਲਾਇਆ, ਇੱਕ ਸਿੰਘ ਝਗਦਾ ਝਗਦਾ ਕਹਿੰਦਾ, ਪਹਿਲਾਂ ਗੱਲ ਕਰਦੇ ਹੋਣਗੇ, ਪਿਛਲੀ ਵਾਰੀ ਗਿਆਨੀ ਜੀ ਕੰਮ ਕੁਝ ਢਿੱਲਾ ਜਿਹਾ ਰਹਿ ਗਿਆ। ਮੈਂ ਕਿਹਾ ਜੀ ਢਿੱਲਾ ਜਿਹਾ ਕਿਵੇਂ ਰਹਿ ਗਿਆ? ਕਿਹੜਾ ਨਾਟੇ ਲਿਆਓ, ਕਸ ਲੈਨੇ ਹੁਣੇ। ਕਹਿੰਦੇ ਥੋੜਾ ਜਿਹਾ ਖਿੱਚ ਕੇ ਕੰਮ ਰੱਖੋ, ਤਵਾ ਲਾ ਕੇ ਰੱਖੋ। ਮੈਂ ਕਿਹਾ ਤਵਾ ਤੇ ਲੰਗਰ ਵਿੱਚ ਹੋਣਾ ਹੈ, ਇੱਥੇ ਤਾਂ ਸਟੇਜ ਹੈ, ਇੱਥੇ ਕਥਾ ਕੀਰਤਨ ਹੋਣਾ। ਤਵੇ ਦੀ ਮੈਨੂੰ ਤੁਸੀਂ ਚੁੱਲ੍ਹ ਲਿਆਓ, ਮੈਂ ਤਵਾ ਰੱਖ ਦੇਣਾ, ਮੈਨੂੰ ਤੇ ਪ੍ਰਸ਼ਾਦੇ ਪਕਾਉਣ ਦੀ ਜਾਚ ਹੈ ਨਹੀਂ। ਕਹਿੰਦੇ ਨਹੀਂ, ਥੋੜਾ ਜਿਹਾ ਮਸਾਲਾ ਜਿਹਾ, ਫਿਰ ਸੰਗਤ ਵਾਵਾ ਖੁਸ਼ ਹੋ ਜਾਂਦੀ। ਮੈਂ ਕਿਹਾ ਤੁਹਾਡਾ ਦੋਸ਼ ਕੋਈ ਨਹੀਂ, ਅਸੀਂ ਵੀ ਮਸਾਲੇ ਇਕੱਠੇ ਕਰਕੇ ਰੱਖਨੇ ਆ। ਅਸੀਂ ਉਹ ਗੱਲਾਂ 1430 ਅੰਗਾਂ ਵਾਲੀਆਂ ਅਸੀਂ ਵੀ ਕਰਕੇ ਰਾਜੀ ਨਹੀਂ, ਕਿਉਂਕਿ ਅੱਧਿਆਂ ਨੂੰ ਹਸਾਇਆ, ਅੱਧਿਆਂ ਨੂੰ ਰਵਾਇਆ, ਤੇ ਲੋਕੀ ਪਿੱਛੇ ਤੁਰ ਪਏ ਝੁੰਡ ਬਣ ਕੇ, ਫੋਟੋਆਂ ਖਿਚਾ ਕੇ ਘਰ ਤੁਰ ਗਏ। ਉਹ ਜਿਹੜਾ ਬਾਪੂ ਪ੍ਰਕਾਸ਼ ਕੀਤਾ ਸੀ, ਉਹਦੇ ਵਿੱਚ ਕੀ ਲਿਖਿਆ ਹੋਇਆ ਸੀ? ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਆਤਮਾ ਦੇ ਰਸ ਤੱਕ ਜਿੰਨਾ ਚਿਰ ਤੁਸੀਂ ਨਾ ਗਏ, ਮੈਂ ਪਹਿਲਾਂ ਸ਼ੁਰੂ ਵਿੱਚ ਗੱਲ ਕਰ ਹੀ ਇਸ ਕਰਕੇ ਦਿੱਤੀ ਸੀ ਕਿ ਇਹ ਭਾਈ ਮਹਿਮਾ ਜੀ ਐਵੇਂ ਨਹੀਂ ਬਣੇ, ਨਹੀਂ ਇਹਨਾਂ ਦੀ ਮਹਿਮਾ। ਸ਼ਬਦ ਬੜਾ, ਨਾਂ ਬੜਾ ਸੋਹਣਾ ਉਹਨਾਂ ਦਾ। ਤੇ ਮੈਨੂੰ ਉਹਨਾਂ ਦੇ ਨਾਂ ਤੋਂ ਇੱਕ ਚੇਤਾ ਆ ਗਿਆ ਵੀ ਆਪਾਂ ਇੱਕ ਧਾਰਨਾ ਪੜ੍ਹ ਲਈ, ਸ਼ਬਦ ਪੜ੍ਹ ਲਈ। ਮਹਿਮਾ ਬਹੁਤ ਸੋਹਣਾ ਥਾਂ। ਤੇ ਗੁਰਬਾਣੀ ਵਿੱਚ ਇੱਕ ਸ਼ਬਦ ਹੁੰਦਾ, ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਸਾਰੇ ਵੈਸੇ ਕਈ ਪਿੰਡਾਂ ਦੇ ਵਿੱਚ ਤਾਂ ਵਧੀਆ ਗੁਰਬਾਣੀ ਜ਼ਿਆਦਾ ਪੜ੍ਹਦੇ ਸਿੰਘ, ਉਹ ਤਾਂ ਨਾਲ ਬੋਲਦੇ ਪੂਰੀ ਕਲੀਅਰ ਹੋ ਜਾਏ। ਤੇ ਕਈ ਪਿੰਡਾਂ ਦੇ ਵਿੱਚ ਕਹਿੰਦੇ ਮਹੀਨੇ ਮਸਿਆ, ਹੁਣ ਆ ਕੱਤੇ ਦਾ ਮਹੀਨਾ ਚੜਿਆ, ਹੁਣ ਕਈਆਂ ਥਾਵਾਂ ਤੋਂ ਪਤਾ ਲੱਗਦਾ ਹੈ। ਕਹਿੰਦੇ ਹੁਣ ਕੱਤੇ ਦਾ ਮਹੀਨਾ ਨਹਾ ਕੇ ਸਵੇਰੇ ਗੁਰਦੁਆਰੇ ਜਾਂਦੇ ਆ, ਸਾਰੇ ਸਾਲ ਦੇ ਕਹਿੰਦੇ ਪਾਪ ਧੁੱਪ ਜਾਂਦੇ ਕੱਤੇ ਦੇ ਮਹੀਨੇ ਵਿੱਚ। ਇਹ ਕਿਧਰੋਂ ਬ੍ਰਾਹਮਣਵਾਦ ਵੜ ਗਿਆ ਸਿੱਖਾਂ ਦੇ ਵਿੱਚ ਵੀ ਕੱਤੇ ਦੇ ਮਹੀਨੇ ਵਿੱਚ ਨਹਾ ਕੇ ਆਓ, ਬਾਕੀ 11 ਮਹੀਨੇ ਨਹਾਉਣਾ ਹੀ ਨਹੀਂ। ਇਹ ਕਿਤੇ ਦ੍ਰੋਪਦੀ, ਉਹ ਜਿਹੜੀ ਕਥਾ ਆਉਂਦੀ ਹੈ ਦ੍ਰੋਪਦੀ, ਮੈਂ ਕਹਿ ਗਿਆ ਆਪਣਾ ਪਾਰਬਤੀ ਦੀ ਤੇ ਸ਼ਿਵ ਜੀ ਦੀ, ਕਿ ਪਾਰਬਤੀ ਇਸ਼ਨਾਨ ਕਰਨ ਲੱਗੀ ਸੀ, ਉਹਨੇ ਆਪਣਾ ਮਤਲਬ ਉਹ ਮਲਿਆ ਸਰੀਰ ਦੇ ਉੱਤੋਂ ਤੇ ਪਹਿਰੇਦਾਰ ਬਣਾ ਕੇ ਅੱਗੇ ਮੁੰਡਾ ਖੜਾ ਕਰਤਾ, ਜਿਉਂ ਜਾਨ ਪਾ ਦਿੱਤੀ ਮੈਲ ਦੇ ਵਿੱਚ ਹੀ। ਮੈਲ ਇੰਨੀ ਸੀ ਸਰੀਰ ਤੇ, ਉਹ ਇਹ ਗੱਲ ਲੱਗਦੀ ਵੀ ਇੰਨਾ ਚਿਰ ਬੰਦਾ ਨਹਾਵੇ ਨਾ ਤਾਂ ਹੀ ਬਣਦੀ ਇੰਨੀ ਮੈਲ। ਤੇ 11 ਮਹੀਨੇ ਤੇ ਨਹਾਉਣਾ ਹੀ ਨਹੀਂ, 1 ਮਹੀਨਾ ਨਹਾਉਣਾ ਹੈ। ਇਹ ਕਿੱਧਰ ਦੀ ਸਿੱਖੀ ਹੋ ਗਈ? ਅੱਗੇ ਪਿਛਲੇ ਪਾਪ ਲੈ ਗਏ। ਮਤਲਬ 11 ਮਹੀਨੇ ਖੁੰਡਾਂ ਤੇ ਬੈਠ ਕੇ ਨਿੰਦਿਆ ਕਰੋ, ਗੁਰਦੁਆਰਿਆਂ ਦੀਆਂ ਮੰਜੀਆਂ ਤੇ ਬਹਿ ਕੇ ਨਿੰਦਿਆ ਕਰੋ, ਚੁਗਲੀ ਕਰੋ, ਮੱਥਾ ਟੇਕਣ ਵੀ ਨਹੀਂ ਜਾਣਾ, ਅਖੰਡ ਪਾਠ ਵੀ ਨਹੀਂ ਸੁਣਨਾ। 1 ਮਹੀਨਾ ਤੁਸੀਂ ਨਹਾ ਲਓ, ਤੁਹਾਡੇ ਪਾਪ ਲੈ ਗਏ। ਨਹੀਂ, ਇਸ ਤਰ੍ਹਾਂ ਦੀ ਸਿੱਖੀ ਨਹੀਂ। ਸਿੱਖੀ ਨਿੱਤ ਦੀ ਖੁਰਾਕ ਹੈ। ਨਿਤਨੇਮ, ਨਿਤਨੇਮ ਸ਼ਬਦ ਹੀ ਤਾਂ ਵਰਤਿਆ ਹੈ ਕਿ ਮਨ ਨੂੰ ਰੋਜ਼ ਸਹਿਜ ਸੁਭਾਏ ਹੀ ਮੈਲ ਲੱਗਦੀ ਸਾਧ ਸੰਗਤ ਜੀ। ਕੁਦਰਤੀ ਤੌਰ ਤੇ ਆਪਾਂ ਕੁਝ ਨਾ ਕੁਝ ਵੇਖ ਲੈਂਦੇ ਆ, ਗਲਤ ਵੇਖਿਆ ਜਾਂਦਾ, ਕੁਝ ਸੁਣਿਆ ਜਾਂਦਾ, ਇੱਧਰ ਉੱਧਰ ਕੋਈ ਕੰਨ ਦੇ ਵਿੱਚ ਗੱਲ ਪੈਂਦੀ ਹੈ, ਕੁਝ ਅਸੀਂ ਸੋਚ ਲੈਂਦੇ ਆ, ਕਿਸੇ ਦਾ ਬੁਰਾ ਸੋਚ ਲੈਂਦੇ ਆ। ਉਹ ਸਾਰਾ ਸ਼ਾਮ ਨੂੰ ਸਿੱਖ ਰਹਿ ਰਸ ਕਰਦਾ, ਜਿਹੜੀ ਉਪਰੀ ਮੈਲ ਸਾਰੀ ਨਾਲ ਹੀ ਝਾੜੂ ਵੱਜ ਜਾਂਦਾ, ਖਤਮ ਹੋ ਜਾਂਦੀ, ਫਿਰ ਤਿਆਰ ਹੋ ਜਾਂਦਾ। ਤਾਂ ਮਹਿਮਾ ਸਾਧੂ ਸੰਗ ਕੀ, ਇਹ ਸੰਤਾਂ ਦੀ ਜਿਹੜੀ ਰੱਬ ਦੇ ਪਿਆਰਿਆਂ ਦੀ ਇਹ ਕਲਾ ਵੇਖੋ। ਅਸਥਾਨ ਬੜੇ ਨੇ, ਜਿੱਥੇ ਜਿੱਥੇ ਨਾਮ ਜਪਣ ਵਾਲਿਆਂ ਦਾ ਸਥਾਨ ਹੈ, ਉੱਥੇ ਸ਼ਾਂਤੀ ਹੁੰਦੀ ਸੰਗਤ ਦੇ ਵਿੱਚ ਬੈਠਣ ਦੀ। ਥਾਂ ਸਾਰੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼, ਉਸ ਥਾਂ ਸਾਰੇ ਮਹਾਨਤਾ ਦੇ ਯੋਗ ਨੇ।
ਪਰ ਜਿੱਥੇ ਉਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮਾਇਆ ਗਿਆ ਹੈ, ਉੱਥੇ ਸਾਧ ਸੰਗਤ ਜੀ ਵੱਧ ਜਾਂਦਾ ਹੈ, ਉੱਥੇ ਕਿਰਪਾ ਹੋ ਜਾਂਦੀ, ਰਹਿਮਤ ਹੋ ਜਾਂਦੀ ਹੈ। ਸੋ ਸਾਰੇ ਪੜੋ, ਕਿਰਪਾ ਕਰੋ। ਭਾਈ ਮਹਿਮਾ ਜੀ ਦੇ ਪਿਆਰ ਦੇ ਵਿੱਚ ਉਹਨਾਂ ਦਾ ਨਾਮ ਹੀ ਹੈ, ਤੇ ਬਾਣੀ ਦਾ ਸ਼ਬਦ ਹੀ ਵੀ ਉਹਨਾਂ ਦੀ ਸੰਗਤ ਵਿੱਚ ਰੰਗ ਲੱਗਦਾ ਹੈ ਬੰਦੇ ਨੂੰ ਨਾਮ ਦਾ। ਸਾਰੇ ਉੱਚੀ ਆਵਾਜ਼ ਵਿੱਚ ਪੜਨਾ। ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ ਮਹਿਮਾ। ਸਾਰੇ ਪੜੋ, ਸਾਰੇ। ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ ਮਹਿਮਾ। ਸੁਣਿਓ ਮੇਰੇ ਮੀਤਾ, ਸੁਣਿਓ ਮੇਰੇ ਮੀਤਾ, ਸੁਣਿਓ। ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ ਮਹਿਮਾ। ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਸਾਧੂ ਪੈਦਾ ਕੀਤੇ, ਮਹਾਨ ਕਰਨੀ ਵਾਲੇ ਗੁਰਸਿੱਖ ਪੈਦਾ ਕੀਤੇ, ਔਰ ਉਹਨਾਂ ਗੁਰਸਿੱਖਾਂ ਦੇ ਪਰਤ ਪਰਤ ਕੇ ਕੌਮ ਦੇ ਵਿੱਚ ਜਨਮ ਹੋਏ ਨੇ, ਅੱਜ ਤੱਕ ਹੋ ਰਹੇ ਨੇ। ਜਿਹੜੀ ਵੱਡੀਆਂ ਕਰਨੀਆਂ ਵਾਲੇ ਨੇ, ਸਿੱਖੀ ਚੱਲਦੀ ਹੀ ਇਸ ਤਰ੍ਹਾਂ। ਗੁਰੂ ਸਾਹਿਬ ਨੇ ਜਿਹੜੀ ਖੇਡ ਖੇਡੀ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 239 ਸਾਲ, ਉਹ 10 ਸਰੀਰਾਂ ਨੇ ਸ਼ਬਦ ਦੀ ਕਮਾਈ ਕਰਕੇ ਵਿਖਾਈਏ ਕਿ ਸ਼ਬਦ ਵਿੱਚ ਆ ਬਰਕਤਾਂ ਨੇ ਜਦੋਂ ਕਮਾਵਾਂਗੇ। ਫਿਰ ਜੋਤ ਰੱਖੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸੁਪਰੀਮ ਪਾਵਰ, ਵੱਡੀ ਪਾਵਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਤੇ ਨਾਲ ਸਾਜਿਆ ਖਾਲਸਾ। ਤੇ ਖਾਲਸੇ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਾਬਿਆ ਕੀਤਾ ਖਾਲਸੇ ਨੂੰ, ਤੇ ਖਾਲਸੇ ਦਾ ਵਿਧਾਨ ਸੀ ਜਿਹੜਾ ਉਹ 10ਮ ਗ੍ਰੰਥ ਸਾਹਿਬ ਦੇ ਵਿੱਚ ਰੱਖਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਪਿਆ। ਗੁਰੂ ਵਿਧਾਨ ਨਹੀਂ ਹੁੰਦਾ, ਵਿਧਾਨ ਹੋਰ ਚੀਜ਼ ਹੁੰਦੀ ਹੈ। ਇਸ ਤਰ੍ਹਾਂ ਇੱਕ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ, ਤੇ ਇੱਕ 10 ਜਾਮਿਆਂ ਨੇ ਆਪਣੀ ਜੋਤ ਖਾਲਸੇ ਦੇ ਵਿੱਚ ਥਾਂ ਥਾਂ ਤੇ ਕਮਾਈ ਵਾਲੇ ਗੁਰਸਿੱਖਾਂ ਨੂੰ ਜਨਮ ਦੇ ਕੇ ਉਹਨਾਂ ਤੋਂ ਅਗਵਾਈ ਕਰਾਈ ਕੌਮ ਦੀ। ਹੁਣ ਸਾਡੇ ਵਿੱਚ ਅੱਜ ਇਹ ਚੀਜ਼ ਘਟ ਗਈ ਹੈ, ਜਾਂ ਤੇ ਸਾਡੇ ਵਿੱਚ ਭੇਖ ਜ਼ਿਆਦਾ ਰਹਿ ਗਿਆ, ਬਸ ਡੇਰੇ ਬਣਾਉਣੇ, ਵੱਡੀਆਂ ਵੱਡੀਆਂ ਗੱਡੀਆਂ ਖਰੀਦ ਲੈਣੀਆਂ, ਤੇ ਵੇਖਣਾ ਵੀ ਕਿੱਥੇ ਸੰਗਤ ਜ਼ਿਆਦੀ ਉੱਥੇ ਤੁਰ ਜਾਣਾ। ਕੋਈ ਘੱਟ ਵਾਲੇ ਪਾਸੇ ਤੇ ਆਉਂਦਾ ਹੀ ਨਹੀਂ। ਸਾਧ ਸੰਗਤ ਜੀ, ਪਿੰਡਾਂ ਦੇ ਵਿੱਚ ਹਾਲਾਤ ਜਿਹੜੀ ਹੈ ਤਰਸਯੋਗ ਹੈ ਬਹੁਤ ਜ਼ਿਆਦਾ ਗੁਰੂ ਘਰਾਂ ਦੀ। ਕੁਝ ਪਿੰਡਾਂ ਵਿੱਚ ਤਾਂ ਕਿਰਪਾ ਹੈ ਜਿੱਥੇ ਕੋਈ ਕਮਾਈ ਵਾਲੇ ਸਾਧੂ ਨੇ ਸਰੀਰ ਹੈ। ਇੱਕ ਸਾਡੇ ਵਿੱਚ ਹੋਰ ਚੀਜ਼ ਦੀ ਕਮੀ ਆ ਗਈ ਕਿ ਆਪਾਂ ਆਪਣੇ ਇਕੱਲੇ ਸਵਾਰਥ ਉੱਤੇ ਸਿੱਖੀ ਕਮਾ ਰਹੇ ਹਾਂ ਕਿ ਮੈਨੂੰ ਆਨੰਦ ਆ ਜਾਏ ਇਕੱਲੇ ਨੂੰ। ਸਿੱਖੀ ਇਹ ਹੈ ਨਹੀਂ ਸੀ। ਮਹਾਰਾਜ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਕੇ ਸਿੱਖਾ ਤੂੰ ਨਿਤਨੇਮ ਵੱਧ ਤੋਂ ਵੱਧ ਕਰ। ਮੈਨੂੰ ਇੱਕ ਕਮਾਈ ਵਾਲੇ ਗੁਰਮੁਖਾਂ ਨੇ ਦੱਸਿਆ ਕਿ ਕਿਤੇ ਬਹੁਤ ਸਾਰੇ ਗੁਰਸਿੱਖ ਕਮਾਈ ਵਾਲੇ ਭਗਤ ਜਨ ਗੁਰਮੁਖ ਸ਼ਹੀਦ ਇਕੱਠੇ ਹੋਏ। ਇਹ ਅੱਜ ਵੀ ਹੁੰਦਾ ਹੈ। ਇਹ ਨਹੀਂ ਕਿ ਜਿਹੜੇ ਸ਼ਹੀਦ ਹੋ ਗਏ, ਸੰਤ ਹੋ ਗਏ ਤੇ ਉਹ ਚਲੇ ਗਏ ਨੇ, ਉਹਨਾਂ ਦੀ ਆਪਣੀ ਵੱਖਰੀ ਸਰਕਾਰ ਚੱਲਦੀ। ਮੈਂ ਇੱਕ ਦਿਨ ਵਿਚਾਰ ਵੀ ਕੀਤਾ ਸੀ ਕਿ ਸਿੱਖੀ 3 ਹਿੱਸਿਆਂ ਵਿੱਚ ਚੱਲ ਰਹੀ ਹੈ। ਇੱਕ ਸ਼ਬਦ ਦੇ ਗਿਆਨ ਦੇ ਰੂਪ ਦੇ ਵਿੱਚ, ਗੁਰਬਾਣੀ ਦੇ ਰੂਪ ਵਿੱਚ, ਇੱਕ ਆ ਪ੍ਰਤੱਖ ਜਿਹੜਾ ਆਪਾਂ ਬੈਠੇ ਹੋਏ ਹਾਂ, ਤੇ ਇੱਕ ਗੁਪਤ ਸਰਕਾਰ ਸਿੱਖੀ ਦੀ। ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹ ਕਮਾਈ ਦੀ ਸਾਰੀ ਆਪਣੀ ਕੌਮ ਦੀ ਜਿਹੜੀ ਇਹਨੂੰ ਕੰਟਰੋਲ ਕਰ ਰਹੇ ਨੇ, ਹੈਂਡਲ ਕਰ ਰਹੇ ਨੇ, ਇਹਨਾਂ ਨੂੰ ਵੇਖ ਰਹੇ ਨੇ। ਇਹ ਕੰਮ ਐਵੇਂ ਨਹੀਂ ਹੁੰਦੇ। ਉੱਥੇ ਜਦੋਂ ਗੁਰਸਿੱਖਾਂ ਦੀ ਕਮਾਈ ਵਾਲਿਆਂ ਦੀ ਸਾਰਿਆਂ ਦੀ ਮੀਟਿੰਗ ਹੋਈ, ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਜਿਹੜਾ ਅਸੀਂ ਉਪਰਾਲਾ ਕੋਈ ਨਹੀਂ ਕਰਦੇ,
सिर्फ अपने आप ते खड़े हाँ भी मेरा नितनेम ज़्यादा हो जाए, मैनू रस ज़्यादा आ जाए, मुबारक है। नितनेम ज़्यादा होवे, रस ज़्यादा आवे, बड़ी चंगी गल है। पर गल होर भी है, जिथे कमाई वाले संत जन ब्रह्म ज्ञानी शहीद इकट्ठे हुए सन, उत्थे 10वें पातशाह आए। महाराज बैठ गए, सारिਆਂ ने महाराज ने पूछया कि किवें हाल है, कौम का की हाल चलदा है। सारिਆਂ ने दस्या, आपो अपना कमाई दसी, नितनेम दस्या, किसी का 5 घंटे का, किसी का 8 घंटे का, कोई रात को सौंदा ही नहीं। सारिਆਂ दी जदों गल सुन लई, महाराज कहंदे ये तां जिहड़ा नितनेम तुसीं कर रहे हो चंगी गल है, मैनू तुहाडे विचों कोई उठ बंदा उठ के दसो जिहड़ा कौम वास्ते कुछ कर रहा है, जिहड़े गुरसिख बाणी तो दूर चले गए ने उन्हां वास्ते कोई कर रहा, वो बंदा दसो मैनू कौन है। नितनेम वालियां नाल बाद विच गल करांगा। वो कहंदे महाराज वो तो उत्थे जाए तो मन खिंड जांदा है। कहंदे मन खिंड जांदा ते फिर की हो जांदा है? साडा नहीं सी मन खिंडदा जदों असीं आनंदपुर साहिब छड्डिया, असीं समझौता करके अंदर चौंकड़ा ला के बैठे रहिंदे। गुरु नानक साहिब दा मन नहीं सी खिंडदा जदों मक्के मदीने तक गए सन। वो भी अपने पिंड राय बुलार उन्हां दा सेवक सी, उन्हें कमरा चंगा पवा देना सी, बह के समाधि ला के बह जांदा। वो भी असीं क्यों इन्नी घालना कीती 239 साल? असीं तां कीती सी कि गुरु नानक साहिब दा हुक्म सी गुरु अंगद देव जी नूं कि पुरखा पार ब्रह्म का पंथ करना, पंथ वास्ते काम करना है, कि पंथ दे वाधे वास्ते काम करना है। ते जिहड़ी अज हालत हो चुकी है, तुसीं वाधे दी गल छड्डो, जिन्ने हैन उन्ने बच जाण, ये भी बड़ी साडी बहादरी होवेगी। सानूं उन्हां दा भी ध्यान कोई नहीं होवे। पंजाब दी धरती, ਉਹਦੇ ਉੱਤੇ ਸਾਧ ਸੰਗਤ ਜੀ ਪੈਸਿਆਂ ਪਿੱਛੇ ਲੋਕ ਈਸਾਈ ਬਣਦੇ ਜਾਣ। ਆ ਇੱਕ ਸਭ ਤੋਂ ਵੱਡਾ ਇਤਿਹਾਸਕ ਨਗਰ ਹੈ ਕੋਟ ਨਿਹੰਗ ਖਾਨ, ਜਿੱਥੇ ਬਾਬਾ ਬਚਿੱਤਰ ਸਿੰਘ ਜੀ ਸ਼ਹੀਦ ਹੋਏ ਸਨ। ਉੱਥੇ 80% ਲੋਕ ਈਸਾਈ ਬਣ ਗਏ ਨੇ, 80% ਪੰਜਾਬ ਦੀ ਧਰਤੀ ਤੇ। ਇਹ ਮੈਂ ਸੋਚਣਾ ਜਿਹੜਾ ਸਾਡੇ ਵਿੱਚੋਂ ਮਾਰ ਕੇ ਅੱਗੇ ਗਿਆ ਤੇ ਸਭ ਤੋਂ ਪਹਿਲਾਂ ਸਾਨੂੰ ਚਪੇੜਾਂ ਪੈਣੀਆਂ ਨੇ ਵੀ ਤੁਸੀਂ ਕਿੱਧਰ ਪ੍ਰਚਾਰ ਕਰਦੇ ਫਿਰੇ। ਉੱਥੇ ਦੇ 80% ਤੇ ਉਸ ਪਿੰਡ ਵਿੱਚ ਈਸਾਈ ਬਣ ਗਏ, ਜਿੱਥੇ ਨਿਹੰਗ ਖਾਂ ਬੈਠਾ ਸੀ। ਉਹਨੇ ਆਪਣੀ ਲੜਕੀ ਜਿਹੜੀ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੀ ਹੋਈ ਸਾਰੀ ਉਮਰ ਕੱਢੀ ਸੀ, ਉਹਨੇ ਮੁਮਤਾਜ਼ ਸੀ ਜਿਹੜੀ। ਤੁਹਾਡਾ ਪ੍ਰਚਾਰ ਕੀ ਕਰਦਾ? ਸਾਡਾ ਪ੍ਰਚਾਰ ਕਰਦਾ ਜਿੱਥੇ ਜਿੱਥੇ ਮੀਂਹ ਪੈਂਦਾ ਉੱਥੇ ਪਈ ਹੀ ਜਾਂਦਾ, ਜਿੱਥੇ ਨਹੀਂ ਪੈਂਦਾ ਉੱਥੇ ਨਹੀਂ ਪੈਂਦਾ। ਅਸੀਂ ਜਿੱਥੇ ਆਪਣਾ ਘੇਰਾ ਜਿਹਾ ਬਣਾ ਲੈਂਦੇ ਹਾਂ ਉਹਦੇ ਵਿੱਚ ਆਪਣਾ ਮौज ਕਰੀ ਜਾਂਦੇ ਹਾਂ। ਜਿੱਥੇ ਐਸੇ ਥਾਂ ਨੇ ਸਾਧ ਸੰਗਤ ਜੀ, ਪਿੰਡਾਂ ਦੇ ਵਿੱਚ ਗ੍ਰੰਥੀ ਵੀ ਕੋਈ ਨਹੀਂ ਹਨ, ਕੋਈ ਕਥਾ ਨਹੀਂ ਹੁੰਦੀ, ਕੋਈ ਵਿਚਾਰ ਨਹੀਂ ਹੁੰਦੀ। ਉਹਦੇ ਵਾਸਤੇ ਅਸੀਂ ਕੋਈ ਕਰੀਏ, ਉਪਰਾਲਾ ਕਰੀਏ, ਕੋਈ ਸਾਧਨ ਬਣਾਈਏ ਇਸ ਤਰ੍ਹਾਂ ਦਾ। ਅਰਦਾਸ ਨੂੰ ਬੜੇ ਸਿੰਘਾਂ ਨੇ ਕਿਹਾ ਪਿੰਡਾਂ ਦੇ ਵਿੱਚ ਤੁਸੀਂ ਟਾਈਮ ਨਹੀਂ ਦਿੰਦੇ, ਜਦੋਂ ਵਿਦੇਸ਼ ਜਾਂਦੇ ਕਈ ਲੜ ਵੀ ਪੈਂਦੇ ਹਨ, ਕਈ ਬੜਾ ਅੱਗੋਂ ਗੱਲਾਂ ਸਹਿਣੀਆਂ ਪੈਂਦੀਆਂ ਉਹਨਾਂ ਦੀਆਂ ਵੀ ਤੁਸੀਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਾਂਦੇ ਹੋ। ਮੈਂ ਕਿਹਾ ਵੀ ਗੱਲ ਤੁਹਾਡੀ ਸੱਚੀ ਹੈ, ਮੈਂ ਗੁੱਸਾ ਕਾਹਦੇ ਵਾਸਤੇ ਕਰਾਂ, ਸਾਡੀ ਇੱਛਾ ਹੁੰਦੀ ਹੈ ਸਰ। ਅਸੀਂ ਮੈਂ ਕਿਹਾ ਸੋਚਦੇ ਹਾਂ ਵੀ ਜਿੱਥੇ ਕੋਈ ਨਾ ਕੋਈ ਲਾਈਵ ਵਾਲਾ ਚੈਨਲ ਵੱਡਾ ਲੱਗਾ ਹੋਵੇ ਉੱਥੇ ਕਥਾ ਕਰਾਂ। ਹਰ ਇੱਕ ਬੰਦਾ ਆਪਣੀ ਸੋਚਦਾ ਹੈ। ਉੱਥੇ ਕੌਣ ਜਾਏਗਾ ਜਿੱਥੇ ਸਪੀਕਰ ਵੀ ਦੂਜੇ ਪੁਰਾਣੇ ਲੱਗੇ ਹੁੰਦੇ ਨੇ, ਬਾਂਸਾਂ ਨਾਲ ਕਨਾਤਾਂ ਲੱਗੀਆਂ ਹੁੰਦੀਆਂ ਨੇ? ਉੱਥੇ ਨਹੀਂ ਜਾਣਗੇ ਗਿਆਨੀ ਜੀ। ਇਹ ਹਾਲਤ ਬਣ ਚੁੱਕੀ ਹੈ ਅੱਜ ਕੌਮ ਦੀ। ਮੈਨੂੰ ਬਹੁਤਾ ਘੇਰਿਆ ਉਹਨਾਂ, ਮੈਂ ਕਿਹਾ ਵੀ ਮੈਂ ਤੇ ਇੱਕ ਕੰਮ ਕਰ ਸਕਦਾ। ਮੈਂ ਰਿਕਾਰਡਿੰਗ ਜਿਹੜੀ ਗੁਰੂ ਸਾਹਿਬ ਨੇ ਕਰਾਈ ਉਹ ਕਾਫੀ ਲੰਬੀ, 1000 ਘੰਟੇ ਤੋਂ ਜ਼ਿਆਦਾ ਹੈ, 1500 ਘੰਟੇ ਤੋਂ ਵੀ ਜ਼ਿਆਦਾ ਹੀ ਹੈ। ਉਹ ਮੈਂ ਤੁਹਾਨੂੰ ਰੇਡੀਓ ਵਿੱਚ ਭਰ ਕੇ ਜਿਵੇਂ ਕਿਵੇਂ ਹੋਵੇਗਾ ਗੁਰੂ ਸਾਹਿਬ ਆਪੇ ਕਰਨਗੇ। ਮੈਂ ਭੇਟਾ ਵੀ ਨਹੀਂ ਲੈਂਦਾ। ਸਵੇਰੇ ਸ਼ਾਮ ਗੁਰਦੁਆਰੇ ਦੇ ਮੈਕ ਦੇ ਅੱਗੇ ਰੱਖ ਕੇ ਲਾ ਦਿਆ ਕਰੋ 1 ਘੰਟਾ। ਜਿਹਨੇ ਸੁਣਨੀ ਹੈ ਸੁਣ ਲਓ। ਮੈਨੂੰ ਪਤਾ ਹੈ ਸਾਲ ਬਾਅਦ ਕੀਤੇ ਹੋਏ ਇੱਕ ਸਮਾਗਮ ਦੇ ਨਾਲ ਸਿੱਖ ਦਾ ਹਿਰਦਾ ਨਹੀਂ ਭਰਿਆ ਜਾਂਦਾ ਗੁਰਬਾਣੀ ਨਾਲ। ਉਹਨੂੰ ਰੋਜ਼, ਹਰ ਰੋਜ਼ ਚਾਹੀਦਾ। ਆਹ ਤੁਹਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਿੰਘਾਂ ਨੂੰ ਅਸੀਂ ਬੇਨਤੀ ਕੀਤੀ ਸੀ, ਉਹਨਾਂ ਨੇ ਉਪਰਾਲਾ ਕੀਤਾ, ਵੰਡ ਰਹੇ ਨੇ। ਹੋਰ ਬੜੇ ਥਾਵਾਂ ਤੇ ਇਸ ਤਰ੍ਹਾਂ ਆਪ ਵੀ ਮੰਗਾਏ ਨੇ ਗ੍ਰੰਥੀ ਸਿੰਘਾਂ ਨੇ।
ਤੇ ਲਾਭ ਬਹੁਤ ਹੋ ਰਿਹਾ ਹੈ। ਸਰੀਰ 20 25 30 ਸਰੀਰ ਰੋਜ਼ ਸੁਣ ਲੈਂਦੇ ਨੇ ਤੇ ਦੂਜਿਆਂ ਨੂੰ ਦੱਸਦੇ, ਹੌਲੀ ਹੌਲੀ ਵੱਧ ਰਿਹਾ, ਕਿਉਂਕਿ ਉਹ ਲੜੀਵਾਰ ਗੁਰਬਾਣੀ ਦੀ ਵਿਚਾਰ ਹੈ। ਜਿਹੜੀ ਪਰਪੱਕਤਾ ਪੈਦਾ ਕਰਨੀ ਹੈ ਨਾ, ਉਹ ਗੁਰਬਾਣੀ ਦੀ ਵਿਚਾਰ ਨੇ ਕਰਨੀ ਆ। ਇੱਕ ਦਿਨ ਮੈਂ ਆਵਾਂਗਾ, ਮੈਂ ਵੀ ਸ਼ੇਰ ਚੁਣੇ ਹੋਏ ਨੇ, ਮੈਂ ਸੁਣਾ ਦੇਣੇ, ਤੁਸੀਂ ਜਕਾਰੇ ਛੱਡ ਦੇਣੇ ਨੇ, ਬਾਅਦ ਵਿੱਚ ਰੌਲਾ ਗੋਲਾ ਪਾ ਕੇ ਲੰਗਰ ਛਕ ਕੇ ਘਰ ਨੂੰ ਤੁਰ ਜਾਣਾ। ਬਾਕੀ ਜਿਹੜੇ ਦਿਨ ਸਾਲ ਲੰਘਣਾ, ਕਿਸੇ ਪੁੱਛਣਾ ਨਹੀਂ ਤੁਹਾਨੂੰ ਆ ਕੇ ਵੀ ਸਿੱਖੀ ਕੀ ਹੁੰਦੀ ਹੈ। ਇਹ ਬਹੁਤ ਤਰਾਸਦੀ ਵਾਲੀ ਗੱਲ ਹੈ। ਇੰਨੇ ਸਾਧਨ ਹੁੰਦਿਆਂ ਤੇ ਉਹ ਮੈਂ ਵਿੱਚ ਆਪ ਜੀ ਨੂੰ ਬੇਨਤੀ ਕਰ ਰਿਹਾ। ਇੱਥੇ ਸਾਡੇ ਸਿੰਘ ਆਏ ਵੀ ਹੋਏ ਨੇ ਉਸ ਜਥੇ ਦੇ ਨਾਲ, ਜਿਹੜੇ ਪਿੰਡਾਂ ਵਿੱਚ ਜਾ ਕੇ ਫ੍ਰੀ ਜਾ ਕੇ ਗ੍ਰੰਥੀ ਸਿੰਘਾਂ ਨੂੰ ਰੇਡੀਓ ਦਿੰਦੇ ਨੇ। ਜਿੱਥੇ ਜਿੱਥੇ ਤੁਹਾਡਾ ਪਿੰਡ ਹੈ ਜਾਂ ਜਾਣਕਾਰੀ ਹੈ, ਉੱਥੇ ਕਿਸੇ ਗੁਰੂ ਘਰ ਦੇ ਵਿੱਚ ਇੱਕ ਪਿੰਡ ਵਾਸਤੇ ਅਸੀਂ ਇੱਕ ਰੇਡੀਓ ਰੱਖਿਆ ਫ੍ਰੀ ਦੇ ਵਿੱਚ। 12,000 ਪਿੰਡ ਹੈ ਤੇ ਸੋਚਿਆ ਵੀ ਚਲੋ ਇੱਕ ਇੱਕ ਰੇਡੀਓ ਪਹੁੰਚੇ ਉੱਥੇ ਸੰਗਤ। ਜੇ ਕੋਈ ਫੋਨ ਕਰੇਗਾ ਉਹਨੂੰ ਕਹਾਂਗੇ ਉੱਥੇ ਸੁਣ ਲਿਆ ਕਰ ਭਾਈ, ਕਾਪੀ ਮਾਰ ਲੈ, ਤੂੰ ਸੁਣ ਲੈ, ਗੁਰਬਾਣੀ ਨਾਲ ਜੁੜ। ਉਹ ਤੁਸੀਂ ਲੈ ਸਕਦੇ ਹੋ ਉਹਨਾਂ ਤੋਂ ਇੱਕ ਰੇਡੀਓ, ਤੁਹਾਨੂੰ ਤੁਹਾਡੇ ਪਿੰਡ ਵਾਸਤੇ ਫ੍ਰੀ ਮਿਲੇਗਾ। ਲਾਉਣਾ ਤੁਹਾਡੀ ਜ਼ਿੰਮੇਵਾਰੀ, ਘਰ ਨਹੀਂ ਰੱਖਣਾ, ਗੁਰੂ ਘਰ ਵਿੱਚ ਲਾਉਣਾ, ਸੰਗਤ ਵਾਸਤੇ ਲਾਉਣਾ ਹੈ। ਤਾਂ ਇਹ ਗੁਰੂ ਸਾਹਿਬ ਨੇ ਸਿੱਖੀ ਮਾਈਆਂ ਦੀ ਵੀ ਡਿਊਟੀ ਲਾਈ ਸੀ ਤੇ ਸਿੰਘਾਂ ਦੀ ਵੀ ਡਿਊਟੀ ਲਾਈ ਸੀ। ਇਸ ਕਰਕੇ 22 ਮੰਜੀਆਂ ਵੀ ਦਿੱਤੀਆਂ ਸਨ ਗੁਰੂ ਸਾਹਿਬ ਨੇ ਤੇ 72 ਪੀੜੇ ਵੀ ਦਿੱਤੇ ਸਨ। ਬੀਬੀਆਂ ਵੀ ਸੁਣ ਲੈਣ ਇਸ ਗੱਲ ਨੂੰ। ਮੰਜੀਆਂ ਦਿੱਤੀਆਂ ਸਿੰਘਾਂ ਨੂੰ ਤੇ ਪੀੜੇ ਦਿੱਤੇ ਗੁਰੂ ਅਮਰਦਾਸ ਜੀ ਨੇ ਬੀਬੀਆਂ ਨੂੰ। ਹੁਣ ਇੱਥੇ ਮੇਰੇ ਕਈ ਵਾਰੀ ਇਹ ਗੱਲ ਸਾਹਮਣੇ ਆ ਜਾਂਦੀ ਵੀ ਇਹਦਾ ਕਾਰਨ ਕੀ ਹੈ, ਬੀਬੀਆਂ ਨੂੰ ਪੀੜੇ ਕਿਉਂ ਦਿੱਤੇ। ਅੱਜ ਕੱਲ ਦੇ ਬੁੱਧੀਜੀਵੀ ਜਿਹੜੇ ਨਾ, ਉਹ ਇਹਨਾਂ ਨੇ ਮਤਲਬ ਪਤਾ ਨਹੀਂ ਇਹਨਾਂ ਦਾ ਗਿਆਨ ਕਿੱਥੋਂ ਆਉਂਦਾ ਹੈ ਵੀ ਗੁਰੂ ਸਾਹਿਬ ਤੋਂ ਵੱਡੇ ਹੋ ਗਏ ਵੀ ਕਦੀ ਕਹਿਣਗੇ 5 ਪਿਆਰਿਆਂ ਵਿੱਚ ਬੀਬੀਆਂ ਲਾਉਣੀਆਂ ਚਾਹੀਦੀਆਂ ਨੇ। ਮੈਨੂੰ ਇਹ ਕਹਿੰਦਾ ਵੀ ਇਹਦੇ ਬਰਾਬਰਤਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਬਰਾਬਰ ਰੱਖਿਆ ਇਸਤਰੀ ਤੇ ਪੁਰਸ਼ ਨੂੰ। ਮੈਂ ਕਿਹਾ ਵੀ ਉਹ ਤੇ ਆਤਮਕ ਪੱਖ ਤੇ ਰੱਖਿਆ, ਸਰੀਰਕ ਪੱਖ ਤੇ ਬਰਾਬਰਤਾ ਕੁਦਰਤ ਨੇ ਵੀ ਨਹੀਂ ਕੀਤੀ। ਤੁਸੀਂ ਕਿਵੇਂ ਕਰ ਲੋਗੇ? ਇਸਤਰੀ ਦਾ ਆਪਣਾ ਸਰੀਰ ਦਾ ਧਰਮ ਹੈ, ਪੁਰਸ਼ ਦਾ ਆਪਣੇ ਸਰੀਰ ਦਾ ਧਰਮ ਹੈ। ਇਹ ਤਾਂ ਤੁਸੀਂ ਬਰਾਬਰਤਾ ਕਹਿੰਦੇ, ਅਸੀਂ ਬਰਾਬਰਤਾ ਕਰਨੀ ਹੈ 5 ਪਿਆਰਿਆਂ ਵਿੱਚ ਬੀਬੀਆਂ ਲਾ ਕੇ। ਮੈਂ ਕਿਹਾ ਬਰਾਬਰਤਾ ਕਿਵੇਂ ਕਰੋਗੇ? ਜੇ 6 ਹੁੰਦੇ ਫਿਰ ਤੇ ਬਰਾਬਰਤਾ ਕਰ ਲੈਂਦੇ ਵੀ 3 ਬੀਬੀਆਂ ਤੇ 3 ਸਿੰਘ, ਤੇ ਉਹਦੇ 5 ਨੇ, ਹੁਣ 2-2 ਹੋ ਗਏ ਤੇ ਫਿਰ ਇੱਕ ਸਿੰਘ ਰਹਿ ਗਿਆ। ਹੁਣ ਉਹਦਾ ਕੀ ਕਰੋਗੇ? ਅੱਧਾ ਬੀਬੀ ਤੇ ਅੱਧਾ ਸਿੰਘ, ਤਾਂ ਹੀ ਬਰਾਬਰਤਾ ਹੋਏਗੀ ਨਾ। ਕਹਿੰਦੇ ਬਰਾਬਰਤਾ ਕਰਨੀ ਅਸੀਂ। ਫਿਰ ਆਨੰਦ ਕਾਰਜ ਕਰਾਉਣਾ, ਕਹਿੰਦੇ ਅੱਧੇ, ਕਹਿੰਦੇ 2 ਫੇਰੇ ਅੱਗੇ ਬੀਬੀ ਤੁਰੇਗੀ ਕਿ 2 ਫੇਰੇ ਸਿੰਘ ਅੱਗੇ ਤੁਰੇਗਾ। ਇਹ ਸੁਣ ਲਓ ਇਹਨਾਂ ਦੀਆਂ ਗੱਲਾਂ, ਇਹਨਾਂ ਦੀ ਬੁੱਧੀ ਕਿੰਨੀ ਕੁ ਕੰਮ ਕਰਦੀ ਹੈ। ਇੱਕ ਸਿੰਘ ਸੀ ਸੰਤ ਜਰਨੈਲ ਸਿੰਘ, ਉਦੋਂ ਛੱਤ ਤੇ ਬੈਠੇ ਹੁੰਦੇ ਸੀ। ਉਹਨਾਂ ਦਿਨਾਂ ਦੀ ਗੱਲ ਹੈ 83 ਦੀ। ਉਹ ਅੰਗਰੇਜ਼ ਇੱਕ ਬੀਬੀ ਆਈ ਤੇ ਉਹਨੇ ਵੇਖਿਆ, ਉਹਨੂੰ ਚੰਗਾ ਲੱਗਾ ਬਹੁਤ ਸਾਰਾ, ਵੀ ਸੇਵਾ ਸਿਮਰਨ ਸਾਰਾ ਕੁਝ ਵੇਖ ਕੇ। ਤੇ ਉਹ ਇੱਕ ਸਿੰਘ ਨੂੰ ਅੰਗਰੇਜ਼ੀ ਆਉਂਦੀ ਸੀ, ਸਿੰਘਾਂ ਦੇ ਜਥੇ ਵਿੱਚੋਂ। ਸਾਧ ਸੰਗਤ ਜੀ, ਉਹਦੇ ਨਾਲ ਉਹਨੇ ਗੱਲਬਾਤ ਕਰਨੀ ਵੀ ਸੰਤ ਕੀ ਬੋਲਦੇ ਨੇ, ਗੁਰਬਾਣੀ ਕੀ ਕਹਿੰਦੀ ਹੈ। ਉਹਨੂੰ ਸ਼ੌਂਕ ਜਾਗਿਆ ਵੀ ਮੈਂ ਇੱਕ ਸਿੱਖ ਬਣਾ। ਕੱਲਾ ਇਹ ਨਹੀਂ ਕਿ ਵਿਆਹ ਕਰਾਉਣ ਦੀ ਗੱਲ ਸੀ, ਵੀ ਸਿੱਖੀ ਨੂੰ ਜਾਣਨਾ ਚਾਹੁੰਦੀ ਸੀ। ਉਹ ਕਹਿੰਦਾ, ਉਹ ਬੀਬੀ ਕਹਿੰਦੀ ਵੀ ਮੈਨੂੰ ਸਿੱਖ ਧਰਮ ਬਹੁਤ ਚੰਗਾ ਲੱਗਾ ਹੈ ਤੇ ਮੈਂ ਇੱਥੇ ਰਹਿ ਕੇ ਆਨੰਦ ਕਾਰਜ ਕਰਾ ਕੇ ਇੱਥੇ ਰਹਿਣਾ ਚਾਹੁੰਦੀ ਹਾਂ। ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣ ਕਰਨਗੇ। ਤੇ ਉਹ ਕਹਿੰਦੀ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਾ ਲੈਣੀ ਆ, ਕਿਉਂਕਿ ਤੈਨੂੰ ਅੰਗਰੇਜ਼ੀ ਆਉਂਦੀ, ਹੋਰ ਕਿਹਦੇ ਨਾਲ ਕਰਾਵਾਂਗੀ। ਉਹ ਸਿੰਘ ਕਹਿੰਦਾ ਵੀ ਮੈਨੂੰ ਸੰਤਾਂ ਨੂੰ ਪੁੱਛਣਾ ਪਊਗਾ, ਜਿਹੜੇ ਸਾਡੇ ਆਗੂ ਨੇ, ਮਹਾਂਪੁਰਸ਼ ਨੇ, ਉਹਨਾਂ ਨੂੰ ਪੁੱਛ ਲਵਾਂ। ਉਹਨਾਂ ਨੂੰ ਪੁੱਛਣ ਗਿਆ, ਕਹਿੰਦੇ ਬਾਬਾ ਜੀ ਆ ਬੀਬੀ ਕਹਿੰਦੀ ਆਨੰਦ ਕਾਰਜ ਕਰਾਉਣਾ ਹੈ। ਤੇ ਸੰਤ ਕਈ ਵਾਰੀ ਹਾਸੇ ਦੀਆਂ ਗੱਲਾਂ ਬਹੁਤ ਕਰਦੇ ਸੀ, ਹਸਾਉਂਦੇ ਬਹੁਤ ਸੀ ਕਈ ਵਾਰੀ। ਕਹਿੰਦੇ ਭਾਈ ਚੰਗੀ ਤਰ੍ਹਾਂ ਗੱਲਬਾਤ ਕਰ ਲੈ, ਅੰਗਰੇਜ਼ ਹੁੰਦੇ ਨੇ, ਫਿਰ ਬਾਅਦ ਵਿੱਚ ਤੰਗ ਕਰੀਗੀ, ਦੇਖ ਲੈ ਫਿਰ ਡਾਂਗਾ ਖੜਕਣਗੀਆਂ ਪਈਆਂ ਐਵੇਂ। ਕਹਿੰਦੇ ਜੀ ਮੈਂ ਤਾਂ ਬਥੇਰਾ ਕਿਹਾ ਵੀ ਸਾਡਾ ਕੰਮ ਹੋਰ ਤਰ੍ਹਾਂ ਦਾ, ਵੀ ਇੱਥੇ ਤੇ ਪਤਾ ਕੋਈ ਨਹੀਂ ਪਟਾਕੇ ਕਦੋਂ ਚੱਲਣ ਲੱਗ ਜਾਣ। ਕਹਿੰਦੇ ਨਹੀਂ, ਮੈਂ
ਇੱਥੇ ਰਹਿਣਾ ਚਾਹੁੰਦੀ, ਹਰਿਮੰਦਰ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੋ ਗਿਆ। ਸੰਤ ਕਹਿੰਦੇ ਫਿਰ ਸਲਾਹ ਕਰ ਲੈ। ਕਹਿੰਦੇ ਸਲਾਹ ਤੇ ਕਰ ਲਈ। ਕਹਿੰਦੀ ਕਿਹੜੀ ਸਲਾਹ ਕੀਤੀ ਏ? ਕਹਿੰਦੇ ਉਹਨੇ ਕਿਹਾ ਵੀ ਬਰਾਬਰ ਦੇ ਹੱਕ ਦੇ ਅਨੁਸਾਰ ਜਿਉਣਾ, ਜਿਵੇਂ ਪੱਛਮ ਦੇ ਲੋਕ ਕਰਦੇ ਨੇ, ਬਰਾਬਰ ਦਾ ਕੰਮ ਕਰਨਾ, ਅੱਧਾ ਕੰਮ ਤੂੰ ਕਰਨਾ ਤੇ ਅੱਧਾ ਮੈਂ ਕਰਨਾ। ਸੰਤ ਕਹਿੰਦੇ ਵੀ ਉਹ ਕਿਵੇਂ ਕਰਨਾ ਹੈ? ਕਹਿੰਦੇ 2 ਦਿਨ ਇਹਨੇ ਭਾਂਡੇ ਮਾਂਜਣੇ ਨੇ, 2 ਦਿਨ ਮੈਂ ਮਾਂਜਣੇ ਨੇ, ਇਹ ਅੱਧੋ ਅੱਧ ਹੋ ਗਿਆ ਸਾਰਾ ਕੁਝ। ਹੋਰ ਕਹਿੰਦੇ ਸਾਰਾ ਕੁਝ ਅੱਧੋ ਅੱਧ। ਤੇ ਹੱਸ ਕੇ ਸੰਤ ਕਹਿੰਦੇ ਫਿਰ ਇਹ ਵੀ ਨਾਲ ਗੱਲ ਕਰ ਲਿਆ, ਜੇ ਵੀ 2 ਜਵਾਕ ਉਹਨੇ ਜੰਮਣੇ ਨੇ, 2 ਤੂੰ ਜੰਮਦੇ, ਫਿਰ ਤਾਂ ਹੀ ਬਰਾਬਰਤਾ ਹੋਵੇਗੀ ਨਾ। ਇਹ ਸਾਡੇ ਬੁੱਧੀਜੀਵੀ ਅੱਜ ਕੱਲ੍ਹ ਕਰ ਰਹੇ ਨੇ ਕੰਮ। ਇਹ ਭਾਈ ਸਰੀਰ ਦਾ ਜਿਹੜਾ ਵਖਰੇਵਾਂ ਸੀ ਉਹ ਰੱਬ ਨੇ ਪੈਦਾ ਕੀਤਾ ਹੈ, ਉਹਨੂੰ ਅਸੀਂ ਇੱਕ ਕਿਵੇਂ ਕਰ ਸਕਦੇ ਹਾਂ? ਨਰ ਜਿਹੜਾ ਹੈ ਉਹਦੀ ਆਪਣੀ ਵਿਸ਼ੇਸ਼ਤਾ ਹੈ, ਇਸਤਰੀ ਦੀ ਆਪਣੀ ਵਿਸ਼ੇਸ਼ਤਾ ਹੈ। ਇੱਕ ਨਵੇਂ ਜੀਵਨ ਨੂੰ ਜਨਮ ਦੇਣਾ ਹੈ ਇਸਤਰੀ ਦਾ ਸਭ ਤੋਂ ਵੱਡਾ ਗੁਣ ਹੈ। ਵੈਸੇ ਤੁਸੀਂ ਡੂੰਘਾਈ ਵਿੱਚ ਜਾਓ ਤੇ ਇਸਤਰੀ ਜਿਹੜੀ ਹੈ ਪੁਰਸ਼ ਤੋਂ ਉੱਚੇ ਥਾਂ ਤੇ ਆਉਂਦੀ ਹੈ। ਪਹਿਲਾ ਨਾਮ ਇਸਤਰੀ ਦਾ ਆਇਆ ਹੈ। ਕਿਉਂ? ਯਾਦ ਰੱਖੋ, ਗੁਰੂ ਨਾਨਕ ਸਾਹਿਬ ਨੂੰ ਆਪਾਂ ਵੱਡਾ ਕਹਿੰਦੇ ਆ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਪਰ ਯਾਦ ਰੱਖੋ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਪਰ ਜਦੋਂ ਮਾਤਾ ਤ੍ਰਿਪਤਾ ਜੀ ਆਉਣਗੇ ਨਾ, ਉਦੋਂ ਸਾਰਿਆਂ ਦਾ ਸਿਰ ਝੁਕ ਜਾਏਗਾ ਵੀ ਇਹ ਗੁਰੂ ਦੇ ਮਾਤਾ ਨੇ, ਗੁਰੂ ਸਾਹਿਬ ਨੂੰ ਇਹਨਾਂ ਨੇ ਜਨਮ ਦਿੱਤਾ ਹੈ। ਉਹਨਾਂ ਦੀ ਪਦਵੀ ਉੱਚੀ ਹੋਗੀ। ਮਾਤਾ ਦੀ ਪਦਵੀ ਉੱਚੀ ਹੁੰਦੀ ਹੈ। ਇਸੇ ਤਰ੍ਹਾਂ ਜਿਨ੍ਹਾਂ 5 ਪਿਆਰਿਆਂ ਨੂੰ ਜਨਮ ਦਿੱਤਾ ਹੈ ਉਹ ਮਾਤਾ ਵੱਡੀ ਹੈ। ਜਿਨ੍ਹੇ ਖਾਲਸੇ ਨੂੰ ਜਨਮ ਦਿੱਤਾ ਹੈ ਉਹ ਮਾਤਾ ਵੱਡੀ ਹੈ, ਮਾਤਾ ਸਾਹਿਬ ਦੇਵਾ, ਮਾਤਾ ਸਾਹਿਬ ਕੌਰ ਜੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਤੁਸੀਂ ਨਾ ਆਇਆ ਕਰੋ। ਇਸ ਤਰ੍ਹਾਂ ਦੇ ਬਹੁਤ ਪ੍ਰਚਾਰਕ ਇਸ ਤਰ੍ਹਾਂ ਦੇ ਤਿਆਰ ਕੀਤੇ ਗਏ ਨੇ ਸਿੱਖਾਂ ਦੇ ਵਿੱਚ ਆਪਸ ਵਿੱਚ ਦੁਬਦਾ ਪਾਉਣ ਵਾਸਤੇ। ਇਹਨਾਂ ਨੂੰ ਪਛਾਣਨਾ ਬੜਾ ਜ਼ਰੂਰੀ ਹੈ, ਸਮੇਂ ਦੀ ਲੋੜ ਹੈ। ਇਹ ਗਿਆਨ ਦੀ ਛਾਂ ਦੇ ਥੱਲੇ ਸਿੱਖੀ ਦਾ ਕਤਲ ਕਰਨ ਵਾਲੇ ਲੋਕ ਨੇ। ਸੁਣਾਉਣਗੇ ਗਿਆਨ ਦੀਆਂ ਗੱਲਾਂ ਵੀ ਅਸੀਂ ਤਰਕ ਦੇ ਹਿਸਾਬ ਨਾਲ ਗੱਲ ਕਰਨੇ ਆ, ਅਸੀਂ ਗਿਆਨ ਦੇ ਹਿਸਾਬ ਨਾਲ ਗੱਲ ਕਰਨੇ ਆ। ਹਥਿਆਰ ਦੀ ਤੇ ਹੁਣ ਲੋੜ ਹੀ ਕੋਈ ਨਹੀਂ ਰਹਿ ਗਈ, ਹੁਣ ਤੇ ਵਿਚਾਰ ਦੀ ਲੋੜ ਰਹਿ ਗਈ। ਤੇ ਮਹਾਰਾਜ ਨੇ ਤੇ ਦੋਵੇਂ ਚੀਜ਼ਾਂ ਵਰਤੀਆਂ ਨੇ, ਹਥਿਆਰ ਦੀ ਵੀ ਵਰਤੋਂ ਕੀਤੀ ਹੈ, ਵਿਚਾਰ ਦੀ ਵੀ ਵਰਤੋਂ ਕੀਤੀ ਹੈ। ਵਿਚਾਰ ਦੀ ਤੇ ਸਦਾ ਹੀ ਮਹਾਰਾਜ ਕਹਿੰਦੇ ਵੀ ਮੈਂ ਵਿਚਾਰ ਕਰਨ ਨੂੰ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੇ ਜੰਗ ਲੜਨ ਤੋਂ ਬਾਅਦ ਵੀ ਸਰਕਾਰ ਦੇ ਨਾਲ ਵਿਚਾਰ ਕਰਨ ਦੀ ਗੱਲ ਕਰਦੇ ਨੇ। ਇਹ ਹੈਰਾਨੀ ਦੀ ਗੱਲ ਹੈ, ਪਰ ਅਸੀਂ ਲੋਕਾਂ ਨੂੰ ਨਹੀਂ ਦੱਸਿਆ ਵੀ ਗੁਰੂ ਸਾਹਿਬ ਸ਼ਸਤਰ ਦੇ ਨਾਲ ਨਾਲ ਵਿਚਾਰ ਦੀ ਗੱਲ ਕਰਦੇ ਸਨ। ਜਦੋਂ ਚਿੱਠੀ ਲੈ ਕੇ ਪਹਾੜੀਆਂ ਦਾ ਬੰਦਾ ਗਿਆ ਸੀ, ਗੁਰੂ ਸਾਹਿਬ ਨੇ ਉਹਦੇ ਨਾਲ ਵਿਚਾਰ ਦੀ ਗੱਲ ਕੀਤੀ ਸੀ। ਜਦੋਂ ਔਰੰਗਜ਼ੇਬ ਦਾ ਬੰਦਾ ਜਦੋਂ ਗਿਆ ਸੀ, ਉਹਦੇ ਨਾਲ ਵਿਚਾਰ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਨੇ। ਔਰ ਸਾਰੇ ਇੰਨਾ ਕੁਝ ਸਾਹਿਬਜ਼ਾਦੇ ਸ਼ਹੀਦ ਕਰਾਉਣ ਤੋਂ ਬਾਅਦ ਵੀ ਜਦੋਂ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀ, ਉਸ ਜ਼ਫਰਨਾਮੇ ਦੇ ਵਿੱਚ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਗੱਲ ਫਿਰ ਵੀ ਕਹੀ ਸੀ, ਨਹੀਂ ਤੇ ਬੰਦੇ ਦੀ ਔਲਾਦ ਜਦੋਂ ਸ਼ਹੀਦ ਕਰ ਦਿੱਤੀ ਜਾਵੇ ਨਾ, ਉਹ ਕਹਿੰਦਾ ਮੈਂ ਪਰਤ ਕੇ ਇਹਦੇ ਨਾਲ ਬੋਲਣਾ ਨਹੀਂ, ਸਾਡੀ ਹਾਲਾਤ ਜੇ ਇਸ ਤਰ੍ਹਾਂ ਦੀ ਹੈ। ਪਰ ਮਹਾਰਾਜ ਨੇ ਉਦੋਂ ਵੀ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਜੇ ਤੂੰ ਚਾਹੁੰਦਾ ਹੈ ਤੇ ਅੱਜ ਵੀ ਇਸ ਬਰਾੜਾਂ ਦੇ ਇਲਾਕੇ ਵਿੱਚ, ਇਹ ਬਰਾੜਾਂ ਦਾ ਇਲਾਕਾ ਸੀ ਸਾਰਾ ਜਿਹੜਾ ਮਾਲਵਾ ਹੈ, ਅੱਜ ਵੀ ਇਸ ਬਰਾੜਾਂ ਦੇ ਇਲਾਕੇ ਵਿੱਚ ਤੂੰ ਇਕੱਲਾ ਬੇਸ਼ੱਕ ਆ ਜਾਏ, ਮੈਂ ਤੈਨੂੰ ਸੁਰੱਖਿਆ ਦੇਵਾਂਗਾ, ਤੇਰੇ ਵਾਲ ਨੂੰ ਵਿੰਗਾ ਨਹੀਂ ਕਰੇਗਾ ਕੋਈ। ਤੂੰ ਮੇਰੇ ਨਾਲ ਬਹਿ ਕੇ ਗੱਲ ਕਰ, ਮੈਂ ਤੈਨੂੰ ਜਾਂਚ ਦੱਸਾਂਗਾ ਰਾਜ ਕਿਵੇਂ ਕਰੀਦਾ ਹੈ, ਤੇ ਤੂੰ ਲੋਕਾਂ ਨਾਲ ਕੀ ਜ਼ਿਆਦਤੀ ਕੀਤੀ, ਕੀ ਧੱਕਾ ਕੀਤਾ ਹੈ। ਮਹਾਰਾਜ ਨੇ ਉਹਨੂੰ ਲਿਖਿਆ ਸੀ। ਪਰ ਬਾਅਦ ਵਿੱਚ ਕਿਉਂਕਿ ਸੂਰਮਾ ਗੁਰੂ ਸੀ, ਉਹ ਸੂਰਮਾ ਗੁਰੂ ਸੀ, ਉਹਨਾਂ ਨੇ ਫਿਰ ਇੱਕ ਗੱਲ ਸੋਚੀ ਵੀ ਕਿਤੇ ਮੈਂ ਗੱਲਬਾਤ ਦੀ ਗੱਲ ਕਰ ਰਿਹਾ, ਕੱਲ ਨੂੰ ਕਿਤੇ ਇਹ ਨਾ ਕੋ ਕਹਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਕ ਗਏ ਸਨ, ਜੰਗਾਂ ਤੋਂ ਡਰ ਗਏ ਸਨ ਤੇ ਫਿਰ ਸਮਝੌਤੇ ਦੀ ਗੱਲ ਕਰਨ ਲੱਗ ਗਏ ਸੀ। ਪਹਿਲਾਂ ਕਰ ਲੈਂਦੇ ਤੇ ਚੰਗਾ ਸੀ, ਹੋਣ ਵਾਲੇ
ਕਿੰਨਾ ਕੁਝ ਬੋਲਦੇ ਨੇ, ਆ ਰੇਡੀਓ ਆਪੋ ਆਪਣੇ ਖੋਲੇ ਹੋਏ ਨੇ ਜਿਨ੍ਹਾਂ ਨੇ। ਫਿਰ ਮਹਾਰਾਜ ਨੇ ਅੱਗੇ ਇਹ ਲਿਖਿਆ, ਔਰੰਗਜ਼ੇਬ ਇਹ ਮੈਂ ਕਿਸੇ ਡਰ ਕਰਕੇ ਤੇਰੇ ਨਾਲ ਸਮਝੌਤਾ ਤੇ ਗੱਲਬਾਤ ਦੀ ਗੱਲ ਨਹੀਂ ਕਰ ਰਿਹਾ। ਜੇ ਤੂੰ ਅਜੇ ਵੀ ਜੰਗ ਕਰਨਾ ਚਾਹੁੰਦਾ ਹੈ, ਤੂੰ ਮੇਰੇ ਹੱਥੋਂ ਬੜੇ ਬਗਾਨੇ ਪੁੱਤਰ ਮਰਵਾਏ ਨੇ, ਚੰਗਾ ਹੋਵੇਗਾ ਜੇ ਤੂੰ ਆਪ ਆਵੇਂ ਤੇ ਨਾਲ ਚੋਣਵੇਂ 4 ਸਵਾਰ ਲੈ ਕੇ ਆ ਜਾਏ, 4 ਸਵਾਰ ਵੀ ਨਾਲ ਲੈ ਕੇ ਆਵੇਂ ਤੇ ਆਪ ਵੀ ਆਵੇਂ, 5 ਜਣੇ ਆਵੋ ਤੇ ਇਧਰੋਂ ਮੈਂ ਕੱਲਾ ਆਵਾਂਗਾ ਤੇ ਫਿਰ ਮੈਂ ਤੈਨੂੰ ਤਲਵਾਰ ਚਲਾਉਣ ਦੀ ਜਾਚ ਦੱਸਾਂਗਾ ਵੀ ਤਲਵਾਰ ਕਿਵੇਂ ਚਲਾਈਦੀ ਹੈ। ਮਹਾਰਾਜ ਜੰਗੀ ਪੱਖ ਦੇ ਵਿੱਚ ਤੇ ਵਿਦਵਾਨ ਦੇ ਪੱਖ ਦੇ ਵਿੱਚ ਇੰਨੇ ਮਹਾਨ ਸਨ, ਕਵੀ ਸਨ। ਸੂਰਮਤਾਈ ਦੇ ਪੱਖ ਦੇ ਵਿੱਚ ਇੰਨੇ ਵੱਡੇ ਸੂਰਮੇ ਸਨ ਕਿ ਉਹਨਾਂ ਦਾ ਭਾਈ ਵੀਰ ਸਿੰਘ ਜੀ ਅਨੁਸਾਰ ਇੱਕ ਇੱਕ ਤੀਰ 7-7 ਸਰੀਰਾਂ ਦੇ ਵਿੱਚੋਂ ਪਾਰ ਲੰਘ ਜਾਂਦਾ ਸੀ। ਏਡੀ ਤਾਕਤ ਨਾਲ ਉਹ, ਏਡੀ ਵੱਡੀ ਉਹਨਾਂ ਦਾ ਧਨੁਖ ਸੀ ਜਿਹਨੂੰ ਚਿੱਲਾ ਚੜਾਉਂਦੇ ਸੀ, ਉਹ 7-7 ਸਰੀਰਾਂ ਵਿੱਚੋਂ ਪਾਰ ਲੰਘ ਜਾਂਦਾ ਸੀ। ਤੇ ਮਹਾਰਾਜ ਏਡੇ ਵੱਡੇ ਤੀਰ ਅੰਦਾਜ਼ ਸਨ। ਆ ਦਿੱਲੀ ਵਿੱਚ ਵੇਖੋ ਕਿੱਥੇ ਗੁਰਦੁਆਰਾ ਮੋਤੀ ਬਾਗ ਹੈ ਤੇ ਕਿੱਥੇ ਗੁਰਦੁਆਰਾ ਕਿਲਾ ਹੈ, ਲਾਲ ਕਿਲਾ, ਇੱਥੋਂ ਤੱਕ ਗੁਰੂ ਸਾਹਿਬ ਦੇ ਤੀਰ ਆਉਂਦੇ ਸੀ ਜਦੋਂ ਚਿੱਠੀ ਲਿਖ ਕੇ ਉਹਨਾਂ ਨੇ ਭੇਜਣੀ ਹੁੰਦੀ ਸੀ। ਗੁਰੂ ਸਾਹਿਬ ਦੀ ਸੂਰਮਗਤੀ ਦਾ ਕੋਈ ਅੰਤ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਲਗਭਗ 72 ਘੰਟੇ ਲਗਾਤਾਰ ਆਨੰਦਪੁਰ ਸਾਹਿਬ ਤੋਂ ਲੈ ਕੇ ਸਾਧ ਸੰਗਤ ਜੀ ਮਾਛੀਵਾੜੇ ਤੱਕ 72 ਘੰਟੇ ਤੱਕ ਲਗਾਤਾਰ ਤੀਰਾਂ ਦੀ ਵਰਖਾ ਕਰਦੇ ਰਹੇ ਸਨ। ਔਰ ਉਹਨਾਂ ਦੇ ਅੰਗੂਠੇ ਦੇ ਉੱਤੇ ਉਹ ਜਿਹੜਾ ਗੁਲ ਸ਼ਤਰਾਨ, ਜਿਹਨੂੰ ਸਾਡੇ ਇਤਿਹਾਸਕਾਰਾਂ ਨੇ ਮੁੰਦਰੀ ਕਹਿ ਦਿੱਤਾ, ਮੈਂ ਵੀ ਇੱਕ ਫੋਟੋ ਵੇਖੀ ਸੀ, ਉਹਦੇ ਉੱਤੇ ਲਿਖਿਆ ਸੀ, ਆ ਲੁਧਿਆਣੇ ਦੇ ਅਗਲੇ ਪਾਸੇ ਇੱਕ ਪਿੰਡ ਪੈਂਦਾ ਮੋਹੀ ਪਿੰਡ ਮਹਾਰਾਜ ਗਏ ਸੀ। ਉਸ ਮੋਹੀ ਪਿੰਡ ਦੇ ਵਿੱਚ ਇੱਕ ਗੁਰੂ ਸਾਹਿਬ ਦਾ ਜਿਹੜਾ ਉਹ ਗੁਲ ਸ਼ਤਰਾਨ ਸੀ ਨਾ, ਉਹ ਖੁੱਭ ਚੁੱਕਾ ਸੀ ਮਾਸ ਦੇ ਵਿੱਚ, ਨਿਕਲਦਾ ਨਹੀਂ ਸੀ, ਉਹ ਲੈਂਦਾ ਨਹੀਂ ਸੀ, ਕਿਉਂਕਿ ਇੰਨੇ ਉਹ ਪਾਇਆ ਤਾਂ ਜਾਂਦਾ ਅੰਗੂਠੇ ਨੂੰ ਕਿ ਜਦੋਂ ਤੀਰ ਚੱਲਦਾ ਬੜੀ ਤੇਜ਼ੀ ਨਾਲ, ਇੰਨੀ ਸਪੀਡ ਨਾਲ ਚੱਲਦਾ, ਜੇ ਉਹ ਪਾਇਆ ਨਾ ਜਾਏ ਤੇ ਅੰਗੂਠਾ ਛਿੱਲ ਦਿੰਦਾ, ਬੰਦੇ ਦਾ ਹੱਥ ਛਿੱਲਿਆ ਜਾਂਦਾ ਸਾਰਾ, ਉਹ ਪਾਉਣਾ ਪੈਂਦਾ। ਤੇ ਉਹਨੂੰ ਜਦੋਂ ਗਏ ਮਹਾਰਾਜ ਨੇ ਵੇਖਿਆ ਵੀ ਇਹ ਤੇ ਨਿਕਲਦਾ ਨਹੀਂ, ਉੱਥੇ ਇੱਕ ਕਾਰੀਗਰ ਸੀ, ਇੱਕ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਸੀ, ਉਹਨੂੰ ਸੱਦਿਆ। ਉਹਨੇ ਫਿਰ ਛੈਣੀ ਦੇ ਨਾਲ, ਇੱਥੇ ਮੋਹੀ ਪਿੰਡ ਗੁਰਦੁਆਰਾ ਵੀ ਬਣਿਆ ਹੋਇਆ ਛੱਲਾ, ਉਹ ਮੇਰੇ ਖਿਆਲ ਵਿੱਚ ਅਜੇ ਵੀ ਉਹ ਜਿਹੜਾ ਛੱਲਾ ਹੈ ਕਹਿੰਦੇ ਉਹਦੀ ਨਿਸ਼ਾਨੀ ਉੱਥੇ ਪਈ ਹੋਈ ਹੈ, ਉਹ ਗੁਰਦੁਆਰਾ ਸਾਹਿਬ ਹੈ। ਉਹ ਗੁਰੂ ਸਾਹਿਬ ਨੇ ਛੱਲਾ ਨਹੀਂ ਸੀ ਪਾਇਆ, ਉਹਨੂੰ ਗੁਲ ਸ਼ਤਰਾਨ ਕਹਿੰਦੇ ਨੇ, ਤੀਰ ਚਲਾਉਣ ਲੱਗਿਆਂ ਪਾਉਣਾ ਪੈਂਦਾ, ਉਹ ਵਿੰਨਿਆ ਗਿਆ ਸੀ ਵਿੱਚ, ਉਹ ਮਹਾਰਾਜ ਨੇ ਕਟਵਾਇਆ ਸੀ ਉੱਥੇ ਜਾ ਕੇ। ਇੰਨੇ ਸੂਰਮੇ ਸਨ, ਏਡੀ ਉਹਨਾਂ ਦੇ ਵਿੱਚ ਮਹਾਨਤਾ, ਬੇਅੰਤਤਾ ਸੀ। ਔਰ ਇਹਨਾਂ ਉਹ ਸਾਰੇ ਮਜਮਾ ਨੂੰ ਪ੍ਰੇਮ ਕਰਨ ਵਾਲੇ, ਇਹਨਾਂ ਉਹ ਕੇਸਾਂ ਨੂੰ ਪ੍ਰੇਮ ਕਰਨ ਵਾਲੇ ਸਨ ਸਾਧ ਸੰਗਤ ਜੀ। ਇਹਨਾਂ ਉਹ ਖਾਲਸੇ ਨੂੰ ਪ੍ਰੇਮ ਕਰਨ ਵਾਲੇ ਸਨ ਤੇ ਇੰਨੇ ਬੇਪਰਵਾਹ ਸਨ। ਜ਼ਫਰਨਾਮਾ ਲਿਖਿਆ, ਜਦੋਂ ਜ਼ਫਰਨਾਮਾ ਲਿਖਿਆ ਉਹ ਟਾਈਮ ਸੀ ਜਿਹੜਾ, ਉਹ ਸਾਧ ਸੰਗਤ ਜੀ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਸ਼ਹੀਦ ਹੁੰਦੇ ਵੇਖੇ ਸਨ। ਛੋਟੇ ਬੱਚਿਆਂ ਦਾ ਪਤਾ ਨਹੀਂ ਸੀ ਕਿੱਧਰ ਗਏ ਨੇ, ਮਾਤਾ ਦਾ ਪਤਾ ਨਹੀਂ ਸੀ ਕਿੱਧਰ ਗਏ ਨੇ, ਮਾਤਾ ਦਾ ਪਤਾ ਨਹੀਂ ਸੀ ਕਿੱਧਰ ਗਏ, ਪਰਿਵਾਰ ਸਾਰਾ ਵਿਛੋੜਾ ਹੋ ਗਿਆ। ਤੇ ਸਾਧ ਸੰਗਤ ਜੀ ਉਸ ਟਾਈਮ ਦੇ ਉੱਤੇ ਜਿਹੜਾ ਗੁਰੂ ਸਾਹਿਬ ਨੇ ਫਤਿਹ ਦੀ ਚਿੱਠੀ, ਜ਼ਫਰਨਾਮਾ ਜਿਹਨੂੰ ਕਹਿੰਦੇ, ਜ਼ਫਰਨਾਮਾ ਉਸ ਟਾਈਮ ਦੇ ਉੱਤੇ ਲਿਖਿਆ ਸੀ। ਉਹ ਜ਼ਫਰਨਾਮਾ ਆਮ ਬੰਦੇ ਦੇ ਜੀਵਨ ਵਿੱਚ ਝਟਕਾ ਲੱਗ ਜਾਏ ਉਹ ਲਿਖ ਨਹੀਂ ਸਕਦਾ। ਸਤਿਗੁਰੂ ਦੇ ਜੀਵਨ ਦੇ ਉੱਤੇ ਇਹਨਾਂ ਬਾਹਰਲੀਆਂ ਅਵਸਥਾਵਾਂ ਦਾ, ਕਿਸੇ ਅਵਸਥਾ ਦਾ ਕੋਈ ਪ੍ਰਭਾਵ ਨਹੀਂ ਸੀ, ਕੋਈ ਡਰ ਨਹੀਂ ਸੀ।
कोई असर नहीं सी पिया। मैं गल कर रहा सी, गल नूं हुण समेटण दी कोशिश करां। सिपाही ते संत दी तुहाडी पुरातन रीत है, उन्होंने अज भी कायम करो। अमृत वेले तो पहला जागना ये संत दियां निशानियां ने। अमृत वेले तो पहला खास करके मैं नौजवानों को बेनती करांगा, जिहड़े अमृतधारी ने, केस रखे हुए ने, दूजे भी ने, सारे सवेरे उठ के नितनेम जरूर करो, गुरबाणी की संथ्या जरूर करो। सारी नहीं कर सकते तो जपजी साहब की संथ्या जरूर करो। उपराला करो अपने पिंड दे विच गुरसिख 2 4 5 सिंह जिहड़े ने गुरबाणी जिहड़े जानते ने, वो अपने पिंड नूं संभालो। सारे नूं अगों आउण वाले बच्चिआं नूं उन्हां नूं क्लास लाउणी। बीबियां नूं भी बेनती है, बीबियां दा बड़ा वड्डा बहुत वड्डा एक योगदान है। हुण चीज़ां आ गईयां इस तरह दियां साध संगत जी भी सिੱਖੀ ਦੀ गल करन दा टाइम ही नहीं रहा। टाइम साडा सारा कुछ आ फोन आके बंद कराने पैंदे। अजे पिंडां विच अज तां मैं बहुत हैरान हाँ भी मैनूं एक भी बंदा नहीं दिस रहा जिहड़ा फोन सुणदा होवे, नहीं तो प्रबंधक भी बेचारे कहते रहंदे फोन बंद कर दिओ, फोन बंद कर दिओ। ये कोई गुरु साहब की किरपा ही है। इस थां ते विचे फोन करी जांदे ने, विचे ये सिੱਖੀ ਵਧਣੀ है मावां तो। तां महाराज गुरु अमरदास जी ने 72 पीढ़े दिते सन कि ये भी सिੱਖੀ का प्रचार करनगियां। क्यों? बच्चियां नूं गुड़ती, बच्चियां नूं गल्लां इन्हां ने सुणाउणियां ने। सौण लग्गियां अपने शहीदां दियां, अपने गुरुआं दियां, अपने भगतां दियां गल्लां इन्हां ने सुणाउणियां ने। पर वो तां सुणाउणगियां जे साध संगत जी फोन तो समा मिलेगा तो तां सुणाउणगियां, टैलीविजन तो समा कढांगे ते। ये चीज़ां ने साडा टाइम खा लिया, साडा टाइम इधर पासे नूं चला गया। आ गल मैनूं एक बड़ी, मैं बलिंगम सी एक अमरीका दे विच, उत्थे मैनूं ग्रंथी सिंह ने दसी, कहंदे ज्ञानी जी एक बच्चा मेरे कोल आया 5-6 साल का, मैनूं $5 दे के कहंदा ज्ञानी जी मेरी मम्मी वास्ते अरदास कर दिओ। वो ग्रंथी सिंह बेचारा कहंदा मैनूं बड़ा होया भी इहदी माता शायद बीमार हो गई। मैं गया, मैं की गल बेटा कि तेरी माता नूं की होया? कहंदे चलो उत्थे कोल ही गुरु साहब दे। कहंदे महाराज नूं कहो भी मेरी मम्मी जिहड़ी है वो WhatsApp वेखना बंद कर दे, ये अरदास करो। कहंदे की गल? कहंदे मैं रोटी खाना हुन्ना, ये अंदर रोटी लैण जांदी है, मैं पिछों थाली लैके अंदर जाना है, जांदे नूं WhatsApp वेंदी हुंदी है, रोटी मेरी मुक जांदी है। हुण ये चीज़ां साडा टाइम जिहड़ा नितनेम दा सी ना, जां साडी जिहड़े बजुर्गां दीयां गल्लां सुणीਆਂ सन, वो चीज़ां साडे कोलों इन्हां चीज़ां ने खोह लईआं साडे कोलों। इस समय नूं इधर लाओ, इस पासे नूं ला के अपने पिंड विच जिहड़े जिहड़े वड्डा पुण्य, सब तो वड्डा पुण्य शब्द नाल जोड़ना, गुरु घर दे विच संथ्या कराउणी। इस तरह के पिंड ते चलो किरपा हुंदी, कोई ना कोई साधन बने हुंदे ने। तो जे तुहाडे साधन बनया तो नेड़े नेड़े दे 10-20-30 पिंड सारे वो तुसी कवर कर सकते हो, उन्हां विच भी सिੱਖੀ दी महक जिहड़ी फैला सकते हो। सो आओ समाप्ति ते बड़ा टिकाव बनया होया रात का समा है, तो समा कथा का मेरे अंदाजे के मुताबिक हो ही चुका है। मेरे ख्याल विच घंटा हो गया, क्योंकि अगे टाइम पीस किते है नहीं। 5 मिनट आपां सिमरन करांगे, फिर समाप्ति करांगे। सारी कृपा करो। वाहेगुरु 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 वाहेगुरु
ਵਾਹਿਗੁਰੂ 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 ਸੋ ਸਾਧ ਸੰਗਤ ਜੀ, ਇਹ ਹੀ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਵੱਡੀ ਦਾਤ ਹੈ। ਨਾਨਕ ਕਹਿ ਕਰ ਕੇਵਲ ਨਾਮ, ਔਰ ਅੰਦਰ ਨਾਮ, ਬਾਹਰ ਨਾਮ ਦਾ ਪ੍ਰਚਾਰ ਆਪਣੇ ਆਪ ਗੁਰੂ ਦੀ ਕਿਰਪਾ ਹੁੰਦੀ ਹੈ। ਸੋ ਉਦਮ ਕਰੀਏ ਪੰਜਾਬ ਦੀ ਧਰਤੀ ਤੇ ਗੁਰਸਿੱਖੀ ਦਾ ਜਿਹੜਾ ਸਰੂਪ ਹੈ ਇਹਨੂੰ ਬਚਾਉਣ ਵਾਸਤੇ, ਇਹਦੇ ਵਾਸਤੇ ਉਪਰਾਲਿਆਂ ਵਿੱਚ ਸ਼ਾਮਲ ਹੋ ਕੇ ਆਪਾਂ ਲਾਭ ਪ੍ਰਾਪਤ ਕਰੀਏ ਸਾਰੇ। ਸੋ ਸਾਰੀ ਸੰਗਤ ਦਾ ਜਿਨ੍ਹਾਂ ਨੇ ਕਾਫੀ ਲੇਟ ਸਮੇਂ ਤੱਕ ਇਹ ਸਰਵਣ ਕੀਤਾ, ਸੁਣਿਆ, ਸਾਰਿਆਂ ਦਾ ਧੰਨਵਾਦ। ਗੁਰੂ ਕੇ ਪਿਆਰੇ ਗ੍ਰੰਥੀ ਸਿੰਘ, ਵਜ਼ੀਰ ਸਿੰਘ ਸਾਰੇ ਬੜੇ ਪਿਆਰ ਵਾਲੇ ਹਨ। ਸਤਿਗੁਰੂ ਜੀ ਦਾ ਸ਼ੁਕਰਾਨਾ। ਪ੍ਰਬੰਧਕ ਗੁਰੂ ਪਿਆਰਿਆਂ ਦਾ ਧੰਨਵਾਦ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले सोने